ਜਦੋਂ ਪੰਜਾਬ ਦੇ ਹਰ ਮੁੰਡੇ ਕੁੜੀ ਦੀ ਦੌੜ ਆਈਲੈਟਸ ਕਰਕੇ ਕੈਨੇਡਾ ਨੂੰ ਲੱਗੀ ਹੋਆ ਜਾਂ ਪੂਰੇ ਮੁਲਕ ਵਿੱਚ ਵੱਖ-ਵੱਖ ਜਿਹੜੇ ਮੁਲਕ ਆ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਹਰ ਬੰਦਾ ਉਸ ਧਰਤੀ 'ਤੇ ਜਾਣਾ ਚਾਹੁੰਦਾ। ਪਰ ਮੈਂ ਤੁਹਾਨੂੰ ਅੱਜ ਇੱਕ ਐਸੀ ਪਰਸਨੈਲਿਟੀ ਨਾਲ ਮਿਲਾਉਣ ਜਾ ਰਿਹਾ ਜਿਹੜਾ 8-10 ਲੱਖ ਕੈਨੇਡਾ ਤੋਂ ਰਹਿ ਕੇ ਕੈਨੇਡਾ ਦੀ PR ਨੂੰ ਲੱਤ ਮਾਰ ਕੇ ਪੰਜਾਬ ਪੱਕੇ ਤੌਰ ਲਿਆ ਗਿਆ। ਉਹ ਪੰਜਾਬ ਪੱਕੇ ਤੌਰ 'ਤੇ ਕਿਉਂ ਆਇਆ, ਉਹਨਾਂ ਦਾ ਪਿਛੋਕੜ ਕੀ ਆ, ਕਿਹੜੀ ਚੀਜ਼ ਉਹਨਾਂ ਨੂੰ ਕੈਨੇਡਾ ਤੋਂ ਪੰਜਾਬ ਖਿੱਚ ਕੇ ਲੈ ਆਈ, ਇਹਦੇ ਬਾਰੇ ਸਾਰੇ ਸਵਾਲਾਂ ਦੇ ਜਵਾਬ ਆਪਾਂ ਬੇਬਾਕੀ ਨਾਲ ਉਸ ਸ਼ਖਸੀਅਤ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਉਸ ਸ਼ਖਸੀਅਤ ਦਾ ਨਾਂ ਆ ਸਤਵਿੰਦਰ ਮਦਾਰਾ। ਸਤਵਿੰਦਰ ਮਦਾਰਾ ਇੱਕ ਬਹੁਪੱਖੀ ਸ਼ਖਸੀਅਤ ਨੇ ਅਤੇ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਦਾ ਅਨੁਵਾਦ ਵੀ ਕੀਤਾ। ਕਿਹੜੀਆਂ ਕਿਤਾਬਾਂ ਦਾ ਅਨੁਵਾਦ ਕੀਤਾ, ਕਿਹੜੀ ਖਿੱਚ ਉਹਨਾਂ ਨੂੰ ਪੰਜਾਬ ਖਿੱਚ ਕੇ ਲੈ ਕੇ ਆਈ, ਇਹਨਾਂ ਸਾਰੀਆਂ ਗੱਲਾਂ ਦਾ ਆਪਾਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਸਤਵਿੰਦਰ ਮਦਾਰਾ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਲ। ਧੰਨਵਾਦ ਜੀ। ਜੈ ਭੀਮ, ਜੈ ਭਾਰਤ। ਸਤਵਿੰਦਰ ਜੀ, ਸਭ ਤੋਂ ਪਹਿਲਾਂ ਇਹ ਦੱਸੋ ਬਈ ਤੁਹਾਡਾ ਕੈਨੇਡਾ ਜਾਣ ਦਾ ਸਬੱਬ ਕਿੱਦਾਂ ਬਣਿਆ ਸੀ ਅਤੇ ਕਿਹੜੇ ਸੰਨ ਵਿੱਚ ਤੁਸੀਂ ਗਏ, ਤੁਹਾਡਾ ਪਿਛੋਕੜ? ਪਿਛੋਕੜ ਇਸ ਤਰ੍ਹਾਂ ਹੈਗਾ ਜੀ, ਸਾਡਾ ਪਿੰਡ ਮੇਰਾ ਹੈਗਾ ਸਰਮਸਤਪੁਰ, ਜ਼ਿਲ੍ਹਾ ਜਲੰਧਰ, ਆਪਣੇ ਪਠਾਨਕੋਟ ਰੋਡ 'ਤੇ ਬੱਲਾਂ ਦੇ ਕੋਲ। ਅਤੇ ਸਾਡੇ ਦਾਦਾ ਜੀ ਜਿਹੜੇ ਆ ਉਹ ਕਲਕੱਤੇ ਰਹਿੰਦੇ ਸੀਗੇ, ਚਮੜੇ ਦਾ ਵਪਾਰ ਕਰਦੇ ਸੀ। ਅਤੇ ਸਾਡੇ ਪਿਤਾ ਜੀ ਵੀ ਬਾਅਦ 'ਚ ਉਹਨਾਂ ਦੇ ਨਾਲ ਜਾ ਕੇ ਵਪਾਰ ਉਹਨਾਂ ਨੇ ਕੀਤਾ। ਸਾਡਾ ਜਨਮ ਜਿਹੜਾ ਹੈਗਾ ਉਹ ਕਲਕੱਤੇ ਦਾ ਹੀ ਆ, ਅਸੀਂ ਉੱਥੇ ਜੰਮੇ ਪਲੇ ਭਰਾ, ਅਤੇ ਉੱਥੇ ਹੀ ਅਸੀਂ ਸਾਡੀ ਸਕੂਲਿੰਗ ਕਹਿ ਲਓ, ਐਜੂਕੇਸ਼ਨ ਉੱਥੇ ਦੀ ਆ। ਉੱਦਾਂ ਅਸੀਂ ਪਿੰਡਾਂ ਦੇ ਜਾਂਦੇ ਰਹਿਣਾ, ਵਿਆਹ ਸ਼ਾਦੀ ਕੋਈ ਆ ਗਿਆ, ਛੁੱਟੀਆਂ ਆ ਗਈਆਂ, ਉਦੋਂ ਆਉਣਾ। ਅਤੇ ਬਚਪਨ ਦੇ ਵਿੱਚ ਹੀ ਮੈਂ ਉੱਥੇ ਆਪਣਾ ਗੁਰੂ ਰਵਿਦਾਸ ਜੀ ਦਾ ਬਹੁਤ ਪੁਰਾਣਾ ਗੁਰੂ ਘਰ ਹੈ, ਉੱਥੇ ਬਾਬਾ ਸਾਹਿਬ ਦੇ ਵੀ ਪ੍ਰੋਗਰਾਮ ਹੋਣੇ, ਅਤੇ ਸਾਹਿਬ ਕਾਂਸ਼ੀ ਰਾਮ ਜੀ ਦਾ, ਇਹਨਾਂ ਦੀਆਂ ਵੀ ਐਕਟੀਵਿਟੀਆਂ, ਇਹਨਾਂ ਨੇ ਵੀ ਉੱਥੇ ਆਉਣਾ। ਅਤੇ ਬਚਪਨ ਤੋਂ ਉੱਥੇ ਨਾਲ ਜੁੜੇ ਰਹੇ ਹਾਂ। ਪਰ ਜਿੱਦਾਂ ਵਿਦੇਸ਼ਾਂ 'ਚ ਜਾਣ ਦੀ ਦੌੜ ਆ ਪੰਜਾਬ ਦੇ ਵਿੱਚ ਆਪਣੇ ਲੋਕਾਂ 'ਚ, ਅਤੇ ਸਾਡੇ ਪਰਿਵਾਰ 'ਚ ਵੀ ਇੱਦਾਂ ਹੀ ਅਸੀਂ 4 ਭਰਾ ਹਾਂ ਅਤੇ ਮੈਂ ਛੋਟਾ ਹਾਂ ਸਭ ਤੋਂ। ਅਤੇ ਮੇਰੇ 'ਤੇ ਆਈ ਵੀ ਇੱਕ ਪਰਿਵਾਰ ਦਾ ਜਿਹੜਾ ਬੰਦਾ ਆ ਜ਼ਰੂਰ ਕੋਈ ਨਾ ਕੋਈ ਵਿਦੇਸ਼ 'ਚ ਹੋਣਾ ਚਾਹੀਦਾ। ਅਤੇ ਇਸ ਕਰਕੇ ਫਿਰ ਮੈਂ 2004 ਦੇ ਵਿੱਚ ਹੋਟਲ ਮੈਨੇਜਮੈਂਟ ਕਰਨ ਪਹਿਲਾਂ ਥਾਈਲੈਂਡ ਗਿਆ ਸੀਗਾ, ਔਰ ਉੱਥੋਂ ਹੀ ਮੈਨੂੰ ਅੱਗੇ ਅਮਰੀਕਾ ਦਾ ਵੀਜ਼ਾ ਮਿਲ ਗਿਆ ਹੋਟਲ ਦਾ, ਟ੍ਰੇਨਿੰਗ ਦਾ। ਅਤੇ 2005 'ਚ ਮੈਂ 1.5 ਸਾਲ ਵਾਸਤੇ ਅਮਰੀਕਾ ਗਿਆ। 2006 ਤੱਕ ਉੱਥੇ ਟ੍ਰੇਨਿੰਗ ਕੀਤੀ, ਉੱਥੋਂ ਵਾਪਸ ਆ ਗਿਆ। ਸਾਲ ਕੁ ਫਿਰ ਇੰਡੀਆ ਰਿਹਾ 2007 'ਚ, ਅਤੇ 2008 'ਚ ਮੈਂ ਸਟੂਡੈਂਟ ਵੀਜ਼ਾ ਲੈ ਕੇ ਆਸਟ੍ਰੇਲੀਆ ਗਿਆ, ਸਿਡਨੀ ਦੇ ਵਿੱਚ। ਅਤੇ 1 ਸਾਲ ਹੀ ਮੈਂ ਸਟੂਡੈਂਟ ਵੀਜ਼ਾ 'ਤੇ ਉੱਥੇ ਸੀਗਾ, ਅਤੇ ਮੈਨੂੰ ਕੈਨੇਡਾ ਦੇ ਵਿੱਚ ਵਰਕ ਪਰਮਿਟ ਮਿਲ ਗਿਆ। ਐਡਮਿੰਟਨ ਦੇ ਕੋਲ ਇੱਕ ਟਾਊਨ ਹੈ, ਰੈਸਟੋਰੈਂਟ ਦੇ ਵਿੱਚ। ਅਤੇ 2009 'ਚ ਫਿਰ ਮੈਂ ਵਰਕ ਪਰਮਿਟ ਲੈ ਕੇ ਸਿੱਧਾ ਆਸਟ੍ਰੇਲੀਆ ਤੋਂ ਹੀ ਸਿਡਨੀ ਤੋਂ ਕੈਨੇਡਾ ਚਲਾ ਗਿਆ ਸੀਗਾ। ਔਰ 2021 ਤੱਕ ਮੈਂ ਕੈਨੇਡਾ ਹੀ ਰਿਹਾ। ਮੇਰੀ PR ਹੋਈ 2014 ਦੇ ਵਿੱਚ, ਪਰ 2021 ਦੇ ਵਿੱਚ ਮੈਂ ਆਪਣੀ PR ਛੱਡ ਕੇ ਕਹਿ ਲਓ ਵੀ ਵਾਪਸ ਇੰਡੀਆ ਪਰਮਾਨੈਂਟਲੀ ਵਾਪਸ ਪੰਜਾਬ ਆ ਕੇ ਸ਼ਿਫਟ ਹੋ ਗਿਆ ਇੱਥੇ। ਉਹ ਕਿਹੜੀ ਖਿੱਚ ਸੀ, ਉਹ ਕਿਹੜੀਆਂ ਪ੍ਰਸਥਿਤੀਆਂ ਰਹੀਆਂ ਵੀ ਤੁਸੀਂ ਪੰਜਾਬ ਪੱਕੇ ਤੌਰ 'ਤੇ ਕੈਨੇਡਾ ਦੀ PR ਛੱਡ ਕੇ ਆ ਗਏ ਜੀ? ਕੋਈ ਇੱਦਾਂ ਦੀ ਵਿਚਾਰਧਾਰਾ ਜਾਂ ਕੋਈ ਇੱਦਾਂ ਦਾ ਜ਼ਿੰਦਗੀ 'ਚ ਇਨਸੀਡੈਂਟ ਹੋ ਗਿਆ, ਜਾਂ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ? ਦੇਖੋ ਜੀ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਬਚਪਨ ਦੇ ਵਿੱਚ ਬਾਬਾ ਸਾਹਿਬ ਤੋਂ ਪ੍ਰਭਾਵਿਤ ਰਹੇ ਹਾਂ। ਗੁਰੂ ਰਵਿਦਾਸ ਜੀ ਦੇ ਪ੍ਰੋਗਰਾਮ ਅਸੀਂ ਉੱਥੇ ਬੜਾ ਵਿੱਚ ਪਾਰਟੀਸਪੇਟ ਕਰਨਾ, ਸ਼ਾਮਿਲ ਹੋਣਾ ਗੁਰਪੁਰਬ 'ਚ। ਔਰ ਸਾਹਿਬ ਕਾਂਸ਼ੀ ਰਾਮ ਜੀ ਨੂੰ ਵੀ ਬਹੁਤ ਘੱਟ ਉਮਰ 'ਚ ਉੱਥੇ ਦੇਖਣ ਦਾ ਮੌਕਾ ਮਿਲਿਆ। ਔਰ ਉਸ ਤੋਂ ਬਾਅਦ ਮੈਂ ਕੁਝ ਸਮਾਂ ਉਹਨਾਂ ਦੀ ਮੂਵਮੈਂਟ 'ਚ ਕੰਮ ਵੀ ਕੀਤਾ ਕਲਕੱਤੇ। ਅਤੇ ਬਚਪਨ ਤੋਂ ਇੱਕ ਲਗਾਓ ਆਪਣੇ ਸਮਾਜ ਦੇ ਨਾਲ, ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦੇ ਨਾਲ, ਮਿਸ਼ਨ ਨਾਲ ਹੋ ਗਿਆ ਸੀਗਾ। ਪਰ ਜਿੱਦਾਂ ਲੋਕ ਆਪਣੇ ਪੰਜਾਬ ਦੇ ਜ਼ਿਆਦਾ ਵਿਦੇਸ਼ਾਂ 'ਚ ਜਾਂਦੇ ਆ, ਇੱਕ ਰੁਝਾਨ ਆ, ਅਤੇ ਮੈਂ ਵੀ ਚਲਾ ਗਿਆ। ਪਰ 2014 ਦੇ ਵਿੱਚ ਜਿੱਦਾਂ ਹੀ ਮੇਰੀ PR ਹੋਈ ਜਨਵਰੀ ਦੇ ਵਿੱਚ, ਅਤੇ 2014 ਦੇ ਵਿੱਚ ਹੀ ਲੋਕ ਸਭਾ ਦੇ ਇਲੈਕਸ਼ਨ ਹੋਣ ਜਾ ਰਹੇ ਸੀਗੇ, ਅਪ੍ਰੈਲ ਮਈ ਦੇ ਵਿੱਚ। ਉਹ ਜਿੱਦਾਂ ਹੀ ਮੇਰੀ PR ਹੋਈ ਤਾਂ ਮੈਂ ਥੋੜ੍ਹਾ ਜਿਹਾ ਮੈਂਟਲੀ ਕਹਿ ਲਓ, ਮਾਨਸਿਕ ਤੌਰ 'ਤੇ ਫਰੀ ਹੋ ਗਿਆ ਕਿ ਯਾਰ ਇੰਨੇ ਸਾਲ 10 ਸਾਲ ਬਾਹਰ ਰਹੇ ਆ ਵਿਦੇਸ਼ਾਂ 'ਚ, ਬੜਾ ਸੰਘਰਸ਼ ਕੀਤਾ, ਅਤੇ ਚਲੋ ਹੁਣ PR ਹੋ ਗਈ ਆ ਵੀ ਹੁਣ ਥੋੜ੍ਹਾ ਜਿਹਾ ਰਿਲੈਕਸ ਹੋ ਜਾਂਦੇ ਆ, ਕੋਈ ਹੋਰ ਵਧੀਆ ਜੋਬ ਲੱਭਦੇ ਆ, ਕੋਈ ਘਰ-ਬਾਰ ਆਪਣਾ ਲੈਂਦੇ ਆ ਨਾ, ਥੋੜ੍ਹਾ ਸੈਟਲ ਹੁੰਦੇ ਆ। ਪਰ ਉਹ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਸ਼ੁਰੂ ਹੋਈ ਨਾ ਕੈਂਪੇਨ, ਮੈਂ ਕਿਉਂਕਿ ਪਿਛੋਕੜ ਸੀਗਾ ਸਮਾਜ ਨਾਲ, ਮਿਸ਼ਨ ਨਾਲ, ਐਕਟੀਵਿਟੀਆਂ ਨਾਲ ਜੁੜੇ ਹੋਣ ਦਾ, ਮੈਂ ਵਾਚ ਕਰਨ ਲੱਗ ਪਿਆ ਵੀ ਦੇਖੀਏ ਹੁਣ ਕੀ ਕੁਛ ਹੋ ਰਿਹਾ ਸਮਾਜ ਦੇ ਵਿੱਚ, ਇੰਡੀਆ ਦੇ ਵਿੱਚ।
ਤੇ ਮੈਂ ਫਿਰ ਤੋਂ ਖਬਰਾਂ ਪੜ੍ਹਨ ਲੱਗ ਪਿਆ। ਇੰਟਰਨੈਟ ਆ ਚੁੱਕਿਆ ਸੀਗਾ, ਫੇਸਬੁੱਕ, YouTube ਸਾਰਾ। ਉੱਥੇ ਕਿਸੇ ਬੰਦੇ ਨੇ YouTube ਦੇ ਉੱਪਰ ਕਾਂਸ਼ੀ ਰਾਮ ਸਾਹਿਬ ਦਾ ਭਾਸ਼ਣ ਅਪਲੋਡ ਕੀਤਾ ਹੋਇਆ ਸੀਗਾ। ਉਹ ਭਾਸ਼ਣ ਹਜੇ ਵੀ ਹੈਗਾ, ਮੇਰਾ ਖਿਆਲ ਹੈ ਸੰਜੇ ਖੋਬਰਾਗੜੇ ਨਾਮ ਦੀ ID 'ਚ ਆ ਉਹ ਇੱਦਾਂ ਹੀ ਕੁਛ ਲੱਭਦਿਆਂ ਕਾਂਸ਼ੀ ਰਾਮ ਸਾਹਿਬ ਦਾ ਮੈਟਰ ਮੈਨੂੰ ਉਹ ਭਾਸ਼ਣ ਲੱਭ ਪਿਆ YouTube ਦੇ ਉੱਪਰ। ਔਰ ਜਿੱਦਾਂ ਹੀ ਮੈਂ ਸਾਹਿਬ ਕਾਂਸ਼ੀ ਰਾਮ ਦੀ ਆਵਾਜ਼ ਸੁਣੀ ਉਸ ਭਾਸ਼ਣ ਦੇ ਵਿੱਚ, ਉਹ ਆਡੀਓ ਆ ਜਿਹਨੂੰ ਉਹਨਾਂ ਨੇ ਉੱਦਾਂ ਫੋਟੋਆਂ ਲਾ ਕੇ ਫਾਈਲ ਬਣਾਈ ਹੈ MP4 ਦੀ, ਉਹ ਜਿੱਦਾਂ ਹੀ ਮੈਂ ਉਹਨਾਂ ਦੀ ਆਵਾਜ਼ ਸੁਣੀ, ਉਹਨਾਂ ਦਾ ਭਾਸ਼ਣ ਸੁਣਿਆ, ਜਿਹੜਾ ਪੁਰਾਣਾ ਤਜਰਬਾ ਸੀਗਾ ਨਾ ਉਹਨਾਂ ਦੇ ਨਾਲ ਕੰਮ ਕਰਨ ਦਾ, ਉਹਨਾਂ ਨੂੰ ਦੇਖਣ ਦਾ ਨੇੜਿਓਂ ਕਾਫੀ ਵਾਰ ਮੈਨੂੰ ਮੌਕਾ ਮਿਲਿਆ, ਮੈਂ ਉਹਨਾਂ ਨੂੰ ਕੁਝ ਵਾਰ ਮਿਲਿਆ ਵੀ, ਉਹ ਫਿਰ ਤੋਂ ਦੁਬਾਰਾ ਜਿੱਦਾਂ ਨਾ ਕਹਿੰਦੇ ਆ ਵੀ ਦੁਬਾਰਾ ਤੋਂ ਮੁੜ ਕੇ ਸੁਰਜੀਤ ਅਸਰ ਕਰ ਗਿਆ। ਔਰ ਫਿਰ ਮੈਂ ਹੋਰ ਲੱਭਣ ਲੱਗ ਪਿਆ ਉਹਨਾਂ ਦਾ ਮੈਟਰ। ਮੈਂ ਕਿਹਾ ਵੀ ਜੇ ਉਹਨਾਂ ਦਾ ਇੱਕ ਭਾਸ਼ਣ ਕਿਸੇ ਨੇ ਪਾਇਆ ਆ ਤੇ ਉਸ ਸਮੇਂ ਤੱਕ ਤਾਂ YouTube ਮਤਲਬ ਆਡੀਓ ਵੀਡੀਓ ਸਿਸਟਮ ਆ ਗਿਆ ਸੀਗਾ, ਹੋ ਸਕਦਾ ਉਹਨਾਂ ਦੇ ਹੋਰ ਵੀ ਭਾਸ਼ਣ ਹੋਣਗੇ। ਫਿਰ ਮੈਂ ਸਾਹਿਬ ਦੇ ਭਾਸ਼ਣ ਲੱਭਣੇ ਸ਼ੁਰੂ ਕੀਤੇ। ਮੈਂ ਉਸ ਬੰਦੇ ਨੂੰ ਵੀ ਕੰਟੈਕਟ ਕੀਤਾ, ਲੱਭ ਕੇ ਉਹਦਾ ਨੰਬਰ ਫੇਸਬੁੱਕ 'ਤੇ। ਉਹ ਕਹਿੰਦੇ ਵੀ ਭਾਸ਼ਣ ਦਾ ਸਾਹਿਬ ਦੇ 40-50 ਆ, CD ਮਿਲਦੀ ਹੈ। ਮੈਂ ਕਿਹਾ ਵੀ ਤੁਸੀਂ ਬਾਕੀ ਵੀ ਅਪਲੋਡ ਕਰੋ। ਉਹ ਕਹਿੰਦੇ ਇਹਦਾ ਬੜਾ ਲੰਬਾ ਟਾਈਮ ਲੱਗਦਾ, ਬੜੀ ਮਿਹਨਤ ਦਾ ਕੰਮ ਆ, ਵੀ ਮੇਰੇ ਕੋਲ ਤਾਂ ਇੰਨਾ ਸਮਾਂ ਨਹੀਂ ਹੈਗਾ। ਮੈਂ ਕਿਹਾ ਤੁਸੀਂ ਮੈਨੂੰ CD ਘੱਲ ਦਿਓ, ਮੈਂ ਕੈਨੇਡਾ ਤੋਂ ਅਪਲੋਡ ਕਰਦਾ। ਚਲੋ ਜੀ, ਉਹਨਾਂ ਨਾਲ ਮੇਰਾ ਲਿੰਕ ਨਹੀਂ ਹੋਇਆ। ਪਰ ਬਾਅਦ 'ਚੋਂ ਜਿਸ ਬੰਦੇ ਨੇ ਉਹ CD ਬਣਾਈ ਸੀ, ਭਾਸ਼ਣ ਰਿਕਾਰਡ ਕੀਤੇ ਸੀ, ਮਨੋਜ ਮੇਸ਼ਰਾਮ ਨਾਮ ਹੈ ਉਹਨਾਂ ਦਾ, ਨਾਗਪੁਰ ਰਹਿੰਦੇ ਆ, ਮੈਨੂੰ ਉਹਨਾਂ ਦਾ ਕੰਟੈਕਟ ਮਿਲਿਆ। ਮੈਂ ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਵੀ ਇਹ ਭਾਸ਼ਣ ਤਾਂ ਸਾਰੇ ਮੇਰੇ ਰਿਕਾਰਡ ਕੀਤੇ ਆ, ਮੈਂ ਹੀ CD ਬਣਾਈ। ਫਿਰ ਮੈਂ ਉਹਨਾਂ ਤੋਂ ਮੰਗਵਾਏ ਔਰ ਫਿਰ ਮੈਂ ਸਾਰੇ ਭਾਸ਼ਣ ਸਾਹਿਬ ਕਾਂਸ਼ੀ ਰਾਮ ਚੈਨਲ ਬਣਾ ਕੇ YouTube 'ਤੇ ਸਾਰੇ ਭਾਸ਼ਣ YouTube 'ਤੇ ਅਪਲੋਡ ਕੀਤੇ, ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਹੋਰ ਵੀ ਇਸ ਨੂੰ ਸੁਣ ਸਕੇ, ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੋ ਸਕੇ। ਔਰ ਉਹ ਸਾਰਾ ਕੰਮ ਕਰਦਿਆਂ ਮੇਰੇ ਅੰਦਰ ਇੰਨੀ ਜ਼ਿਆਦਾ ਫਿਰ ਤੋਂ ਖਿੱਚ ਪੈਦਾ ਹੋਈ, ਮੈਨੂੰ ਲੱਗਿਆ ਕਿ ਮੈਨੂੰ ਇਹ ਕੰਮ ਹੁਣ ਵਾਪਸ ਇੰਡੀਆ ਜਾ ਕੇ ਹੀ ਕਰਨਾ ਚਾਹੀਦਾ ਆ। ਕੈਨੇਡਾ ਅਮਰੀਕਾ 'ਚ ਰਹਿ ਕੇ NRI ਥੋੜ੍ਹਾ ਬਹੁਤਾ ਆਰਥਿਕ ਸਹਿਯੋਗ ਕਰ ਦਿੰਦੇ ਆ ਜਾਂ ਥੋੜ੍ਹਾ ਬਹੁਤਾ ਸੋਸ਼ਲ ਮੀਡੀਆ 'ਤੇ ਸਪੋਰਟ ਕਰ ਦਿੰਦੇ ਆ, ਪਰ ਜੋ ਸਹੀ ਕੰਮ ਆ ਉਹ ਗਰਾਊਂਡ 'ਤੇ ਹੀ ਕੀਤਾ ਜਾ ਸਕਦਾ। ਅਤੇ ਮੈਂ ਆਪਣਾ ਮਨ ਬਣਾਇਆ ਕਿ ਮੈਂ ਗਰਾਊਂਡ 'ਤੇ ਹੀ ਜਾ ਕੇ ਕੰਮ ਕਰਾਂਗਾ। ਇਸ ਕਰਕੇ ਫਿਰ ਮੈਂ PR ਛੱਡ ਕੇ 2021 'ਚ ਵਾਪਸ ਪੰਜਾਬ ਇੰਡੀਆ ਆ ਗਿਆ। 2014 ਵਿੱਚ ਮੇਰੀ ਅਤੇ ਸਤਵਿੰਦਰ ਮਦਾਰਾ ਜੀ ਦੀ ਜਿਹੜੀ ਅਚਨਚੇਤ ਮੁਲਾਕਾਤ ਹੈ ਉਹ ਵੈਨਕੂਵਰ ਕੈਨੇਡਾ ਵਿੱਚ ਹੋਈ ਸੀ। ਤਾਂ ਮੈਂ ਉਹਨਾਂ ਦਿਨਾਂ 'ਚ ਹਜੇ ਮੈਂ ਕਾਂਸ਼ੀ ਰਾਮ ਬੋਲਦਾ ਕਿਤਾਬ ਦਾ ਕੋਈ ਬਹੁਤਾ ਮੈਂ ਲੰਬਾ ਚੌੜਾ ਨਹੀਂ ਸੋਚਿਆ ਸੀ ਵੀ ਸ਼ਾਇਦ 2 ਵੋਲੀਅਮ ਲਿਖ ਸਕੂੰਗਾ, ਪਰ ਮੈਂ ਉਹਨਾਂ ਦਿਨਾਂ 'ਚ ਥੋੜ੍ਹੀ ਟਰਾਈ ਕਰਦਾ ਸੀ। ਤਾਂ ਮੈਂ ਸਤਵਿੰਦਰ ਜੀ ਨੇ ਵੀ ਗੱਲਬਾਤ ਕੀਤੀ ਤਾਂ ਸਤਵਿੰਦਰ ਜੀ ਨੇ ਵੀ ਵਧੀਆ ਰਿਸਪੌਂਸ ਦਿੱਤਾ। ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਇੱਕ ਦਿਨ 2 ਵੋਲੀਅਮ ਲਿਖ ਦੂੰਗਾ। ਅਤੇ ਸ਼ਾਇਦ ਸਤਵਿੰਦਰ ਨੂੰ ਵੀ 2014 'ਚ ਇਹ ਨਹੀਂ ਪਤਾ ਹੋਊਗਾ ਵੀ ਇੱਕ ਦਿਨ ਨੂੰ PR ਕੈਨੇਡਾ ਦੀ ਛੱਡ ਕੇ ਇੱਕ ਮੂਵਮੈਂਟ ਲਈ ਅਸੀਂ ਹੈ ਨਾ ਕੰਮ ਕਰਾਂਗੇ। ਅਤੇ ਸਤਵਿੰਦਰ ਜੀ, ਕੈਨੇਡਾ ਛੱਡਣ ਦੀ ਕੀ ਲੋੜ ਪਈ ਆ? ਕੰਮ ਤਾਂ ਉੱਥੇ ਵੀ ਲੋਕ ਮੂਵਮੈਂਟ ਦਾ ਕਰਦੇ ਹੀ ਆ ਰਹੇ ਕਿ। ਦੇਖੋ ਜੀ, ਮੈਂ 2016 ਦੇ ਵਿੱਚ 2 ਮਹੀਨੇ ਦੀ ਛੁੱਟੀ ਲੈ ਕੇ ਆਇਆ ਸੀ ਇੰਡੀਆ। ਉਦੋਂ ਮੈਂ ਪੰਜਾਬ ਬਹੁਤ ਜਗ੍ਹਾ ਗਿਆ, ਵੀ ਇੰਡੀਆ 'ਚ ਵੀ ਕੁਝ ਜਗ੍ਹਾ ਗਿਆ। ਜਿਸ ਤਰੀਕੇ ਨਾਲ ਗਰਾਊਂਡ 'ਤੇ ਕੰਮ ਕਰਨ ਦੀ ਲੋੜ ਆ, ਮੈਨੂੰ ਇੱਦਾਂ ਲੱਗਿਆ ਵੀ ਉਸ ਤਰੀਕੇ ਨਾਲ ਕੰਮ ਨਹੀਂ ਹੋ ਰਿਹਾ। ਔਰ ਫਿਰ 2016 ਤੋਂ ਬਾਅਦ ਵੀ ਮੈਂ ਵਾਪਸ ਜਾ ਕੇ ਵੀ ਲਗਾਤਾਰ ਸੰਪਰਕ 'ਚ ਰਿਹਾ ਬਹੁਤ ਸਾਰਿਆਂ ਲੋਕਾਂ ਦੇ ਫੋਨਾਂ ਰਾਹੀਂ, ਅਤੇ ਲੋਕਾਂ ਨੇ ਵੀ ਇਹ ਗੱਲ ਅੱਗੇ ਲਿਆਂਦੀ ਵੀ ਜਿਸ ਤਰੀਕੇ ਨਾਲ ਪਹਿਲਾਂ ਸਾਹਿਬ ਦੇ ਦੌਰ 'ਚ ਗਰਾਊਂਡ 'ਤੇ ਕੰਮ ਹੁੰਦਾ ਸੀਗਾ, ਉਸ ਤਰੀਕੇ ਨਾਲ ਗਰਾਊਂਡ 'ਤੇ ਕੰਮ ਹੁਣ ਨਹੀਂ ਹੋ ਰਿਹਾ। ਅਤੇ ਕਈ ਲੋਕਾਂ ਨਾਲ ਮੈਂ ਉੱਦਾਂ ਵੀ ਸਲਾਹ ਕੀਤੀ ਵੀ ਚਲੋ ਅਸੀਂ ਉੱਥੇ ਹਾਂ, ਤੁਸੀਂ ਇੱਥੇ ਕੰਮ ਕਰੋ, ਅਸੀਂ ਤੁਹਾਨੂੰ ਸਹਿਯੋਗ ਕਰਾਂਗੇ। ਪਰ ਇਸ ਤਰ੍ਹਾਂ ਦੀ ਕੋਈ ਗੱਲ ਬਣ ਵੀ ਨਹੀਂ ਸਕੀ। ਔਰ ਫਿਰ ਮੇਰੇ ਅੰਦਰ ਵੀ ਇਹ ਹੋਇਆ ਕਿ ਸਹਿਯੋਗ ਕਰਨ ਵਾਲੇ ਤਾਂ ਵਿਦੇਸ਼ਾਂ 'ਚ ਬਹੁਤ ਲੋਕ ਬੈਠੇ ਆ, ਪਰ ਗਰਾਊਂਡ 'ਤੇ ਕੰਮ ਕਰਨ ਵਾਲੇ ਲੋਕ ਬਹੁਤ ਘੱਟ ਆ। ਜੇ ਮੇਰੇ ਅੰਦਰ ਇੰਨੀ ਜ਼ਿਆਦਾ ਹੁਣ ਚਾਹਤ ਪੈਦਾ ਹੋ ਰਹੀ ਆ ਵੀ ਮੈਨੂੰ ਕੰਮ ਕਰਨਾ ਚਾਹੀਦਾ ਸਮਾਜ ਲਈ, ਅਤੇ ਮੈਨੂੰ ਇੱਥੇ ਰਹਿ ਕੇ ਸਮਾਜ ਦੇ ਵਿੱਚ ਹੀ ਕੰਮ ਕਰਨਾ ਚਾਹੀਦਾ। ਵਿਦੇਸ਼ਾਂ 'ਚੋਂ ਸਹਿਯੋਗ ਕਰਨ ਵਾਲੇ ਬਹੁਤ ਲੋਕ ਹੈ, ਜੇ ਇੱਕ ਬੰਦਾ ਨਹੀਂ ਵੀ ਉੱਥੇ ਸਹਿਯੋਗ ਕਰਨ ਲਈ ਹੈਗਾ ਤਾਂ ਕੋਈ ਇੰਨਾ ਵੱਡਾ ਫਰਕ ਨਹੀਂ ਪੈਂਦਾ। ਪਰ ਇੱਥੇ ਜ਼ਿਆਦਾ ਕਮੀ ਮਹਿਸੂਸ ਹੋਈ ਗਰਾਊਂਡ 'ਤੇ ਫੀਲਡ 'ਤੇ ਕੰਮ ਕਰਨ ਵਾਲਿਆਂ ਦੀ। ਗਰਾਊਂਡ 'ਤੇ ਕੰਮ ਕਰਨ ਲਈ ਤੁਹਾਡਾ ਆਧਾਰ ਕੀ ਆ? ਵੀ ਜਾਂ ਤੁਸੀਂ ਕੇਡਰ ਲਾਉਂਦੇ ਆ, ਜਾਂ ਲੋਕਾਂ ਦੇ ਵਿੱਚ ਜਾਂਦੇ ਆ, ਜਾਂ ਭਾਸ਼ਣ ਦਿੰਦੇ ਆ, ਜਾਂ ਲੋਕਾਂ ਨੂੰ ਕੀ ਤਿਆਰ ਕਰਦੇ ਆ, ਜਾਂ ਇੱਦਾਂ ਦੀ ਕਿਹੜੀ ਗੱਲ ਹੈ ਵੀ ਜਿਹੜੀ ਗੱਲ ਆ ਕੋਈ ਤੁਸੀਂ ਲੋਕਾਂ ਨੂੰ ਸਾਹਿਬ ਦੀਆਂ ਜਾਂ ਕਿਸੇ ਕਹਾਣੀਆਂ ਬਾਰੇ, ਤੁਸੀਂ ਉਹਨਾਂ ਦੀ ਕਿਤਾਬਾਂ ਦਾ ਕਈਆਂ ਦਾ ਅਨੁਵਾਦ ਵੀ ਕੀਤਾ ਦੀ ਪ੍ਰੈਸ਼ਡ ਇੰਡੀਅਨ ਦਾ, ਅਤੇ ਉਹ ਗਰਾਊਂਡ 'ਤੇ ਕੰਮ ਕਰਨ ਦਾ ਤੁਹਾਡਾ ਢੰਗ ਕੀ ਹੈ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਕਿ ਜਿੱਦਾਂ ਆਪਾਂ ਹੁਣ ਕੁਝ ਸਮਾਂ ਪਹਿਲਾਂ ਗੱਲ ਵੀ ਕਰ ਰਹੇ ਸੀ ਕਿ ਬਾਬਾ ਸਾਹਿਬ ਦੇ ਵਿਚਾਰ ਵੋਲੀਅਮਾਂ ਦੇ ਵਿੱਚ ਛਪੇ। ਬਾਬਾ ਸਾਹਿਬ ਦੇ ਵਿਚਾਰ, ਉਹਨਾਂ ਦੀ ਵਿਚਾਰਧਾਰਾ ਲਿਖਤੀ ਰੂਪ ਵਿੱਚ ਮੌਜੂਦ ਸੀ, ਜਿਹੜੀ ਕਿਤੇ ਅੱਗੇ ਚੱਲ ਕੇ ਸਾਹਿਬ ਕਾਂਸ਼ੀ ਰਾਮ ਨੂੰ ਪੜ੍ਹਨ ਨੂੰ ਮਿਲੀ। ਖਾਸ ਕਰ ਜਿਹੜੀ ਉਹਨਾਂ ਦੀ ਕਿਤਾਬ ਐਨੀਲੇਸ਼ਨ ਆਫ ਕਾਸਟ ਆ, ਜੇ ਉਹ ਕਿਤਾਬ ਉਹਨਾਂ ਦੇ ਵਿਚਾਰ ਨਾ ਛਪੇ ਹੁੰਦੇ ਤਾਂ ਉਹ ਕਦੇ ਕਾਂਸ਼ੀ ਰਾਮ ਸਾਹਿਬ ਤੱਕ ਨਹੀਂ ਸੀ ਪਹੁੰਚਣੇ।
ਔਰ ਜੇ ਉਹ ਸਾਹਿਬ ਕਾਂਸ਼ੀ ਰਾਮ ਤੱਕ ਨਾ ਪਹੁੰਚਦੇ ਤੇ ਇੰਨਾ ਵੱਡਾ ਜਿਹੜਾ ਇੱਕ ਅੰਦੋਲਨ ਕਹਿ ਲਓ, ਲਹਿਰ ਜਿਹੜੀ ਪੂਰੀ ਇੰਡੀਆ 'ਚ ਖੜੀ ਹੋਈ ਆ, ਉਹ ਨਹੀਂ ਸੀ ਹੋਈ। ਉਹ ਇਸੇ ਕਰਕੇ ਹੋਈ ਕਿ ਬਾਬਾ ਸਾਹਿਬ ਦੇ ਵਿਚਾਰ ਲੋਕਾਂ ਨੇ ਸੰਭਾਲ ਕੇ ਰੱਖੇ ਸੀ, ਉਹਨਾਂ ਨੂੰ ਛਾਪਿਆ ਸੀਗਾ। ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਜੇ ਸਾਹਿਬ ਕਾਂਸ਼ੀ ਰਾਮ ਜੀ ਦੀ ਲਹਿਰ ਅੱਗੇ ਚੱਲੂਗੀ ਤੇ ਉਹਦੇ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਵਿਚਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ 'ਚ ਲੈ ਕੇ ਜਾਇਆ ਜਾਵੇ। ਤੁਸੀਂ ਵੀ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਆ, ਉਹਨਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਤੁਸੀਂ ਲਿਖਤੀ ਰੂਪ 'ਚ ਲੈ ਕੇ ਆਏ ਆ। ਪਰ ਸਾਹਿਬ ਕਾਂਸ਼ੀ ਰਾਮ ਜੀ ਦੇ ਜਿਹੜੇ ਆਪਣੇ ਵਿਚਾਰ ਆ, ਲਿਖਤਾਂ ਆ, ਭਾਸ਼ਣ ਆ, ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ 'ਚ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ 'ਚ ਅਨੁਵਾਦ ਕਰਾ ਕੇ, ਕਿਉਂਕਿ ਉਹਨਾਂ ਦਾ ਜ਼ਿਆਦਾਤਰ ਮੈਟਰ ਹਿੰਦੀ ਦੇ ਵਿੱਚ ਆ, ਕੁਛ ਇੰਗਲਿਸ਼ 'ਚ ਆ, ਅਤੇ ਉਹਦੀ ਕੋਸ਼ਿਸ਼ ਹੈ ਕਿ ਉਹਨੂੰ ਪੰਜਾਬੀ 'ਚ ਵੀ ਕਰਵਾਇਆ ਜਾਵੇ ਔਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵਿੱਚ, ਖਾਸ ਕਰ ਜਿਹੜੀ ਨੌਜਵਾਨ ਪੀੜ੍ਹੀ ਆ, ਉਹਨਾਂ ਦੇ ਵਿੱਚ ਉਹਨਾਂ ਵਿਚਾਰਾਂ ਦਾ ਪ੍ਰਚਾਰ ਕੀਤਾ ਜਾਵੇ ਤਾਂ ਕਿ ਉਹ ਵੀ ਅੱਗੇ ਹੋ ਕੇ ਉਹਨਾਂ ਦੀ ਜਿਹੜੀ ਲਹਿਰ ਹੈ, ਉਹਨਾਂ ਦਾ ਜੋ ਸੁਪਨਾ ਹੈ, ਉਹਨੂੰ ਪੂਰਾ ਕਰਨ ਦੇ ਲਈ ਕੰਮ ਕਰ ਸਕਣ। ਬਹੁਜਨ ਮੂਵਮੈਂਟ ਇਹ ਕਿਉਂ? ਉਹ ਵੀ ਮੂਵਮੈਂਟਾਂ ਬਹੁਤ ਨੇ, ਲੋਕ ਅਲੱਗ-ਅਲੱਗ ਸੰਗਠਨ ਚਲਾਉਂਦੇ ਆ ਬਾਬਾ ਸਾਹਿਬ ਦੇ ਨਾਂ 'ਤੇ, ਸਾਹਿਬ ਕਾਂਸ਼ੀ ਰਾਮ ਦੇ ਨਾਂ 'ਤੇ। ਜੀ, ਪਰ ਤੁਸੀਂ ਬਹੁਜਨ ਮੂਵਮੈਂਟ ਨੂੰ ਹੀ ਕਿਉਂ ਚੁਣਿਆ? ਦੇਖੋ ਜੀ, ਅਸੀਂ ਇਹ ਬਚਪਨ 'ਚ ਹੀ ਇਹ ਗੱਲਾਂ ਪੜ੍ਹੀਆਂ ਸੀਗੀਆਂ, ਬਾਬਾ ਸਾਹਿਬ ਦੀਆਂ ਲਿਖਤਾਂ 'ਚ ਵੀ, ਸਾਹਿਬ ਕਾਂਸ਼ੀ ਰਾਮ ਜੀ ਦੇ ਭਾਸ਼ਣਾਂ ਦੇ ਵਿੱਚ ਵੀ ਸੁਣਿਆ ਅਸੀਂ ਉਹਨਾਂ ਨੂੰ, ਕਿ ਸਾਡੇ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਆ, ਬਹੁਜਨ ਸਮਾਜ ਦੀਆਂ, ਜਿਹੜਾ 85% ਸਮਾਜ ਆ, SC ST OBC, ਉਹਨਾਂ 'ਚੋਂ ਕਨਵਰਟ ਹੋ ਕੇ ਮਾਈਨੋਰਿਟੀ ਦੇ ਵਿੱਚ ਜਿਹੜੇ ਲੋਕ ਆ ਸਾਡੇ, ਇਹਨਾਂ ਦੀਆਂ ਸਮੱਸਿਆਵਾਂ ਦਾ ਜੋ ਹੱਲ ਆ ਉਹ ਬਹੁਜਨ ਮੂਵਮੈਂਟ ਦੇ ਵਿੱਚ ਹੀ ਆ। ਉਹ ਕਿਸੇ ਹੋਰ ਮੂਵਮੈਂਟ 'ਚ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈਗਾ। ਸਾਹਿਬ ਕਾਂਸ਼ੀ ਰਾਮ ਜੀ ਦਾ ਬਹੁਤ ਮਤਲਬ ਕਿ ਇੰਪੋਰਟੈਂਟ ਕਹਿ ਲਓ ਭਾਸ਼ਣ ਆ ਕੁਆਲਾਲੰਪੁਰ ਮਲੇਸ਼ੀਆ ਦਾ, ਜਿਹੜਾ ਉਹਨਾਂ ਨੇ ਵਰਲਡ ਜਿਹੜੀ ਦਲਿਤ ਕਾਨਫਰੰਸ ਹੋਈ ਸੀ ਉਹਦੇ ਵਿੱਚ ਦਿੱਤਾ। ਉਹਦੇ ਵਿੱਚ ਵੀ ਉਹਨਾਂ ਨੇ ਗੱਲ ਇਹ ਕੀਤੀ ਆ ਵੀ ਕੁਝ ਲੋਕ ਕਹਿੰਦੇ ਆ ਸਾਡੀਆਂ ਸਮੱਸਿਆਵਾਂ ਦਾ ਹੱਲ ਕਮਿਊਨਿਸਟ ਮੂਵਮੈਂਟ ਦੇ ਵਿੱਚ ਆ, ਕੁਝ ਸੋਚਦੇ ਆ ਕਿ ਸੋਸ਼ਲਿਸਟ ਮੂਵਮੈਂਟ ਦੇ ਵਿੱਚ, ਸਮਾਜਵਾਦ ਵਿੱਚ ਆ, ਮਾਰਕਸਵਾਦ ਵਿੱਚ ਆ। ਉਹ ਕਹਿੰਦੇ ਸਾਡੀਆਂ ਸਮੱਸਿਆਵਾਂ ਦਾ ਹੱਲ ਇਹਨਾਂ ਦੇ ਵਿੱਚ ਨਹੀਂ, ਉਹ ਸਾਡੀ ਬਹੁਜਨ ਮੂਵਮੈਂਟ ਦੇ ਵਿੱਚ ਆ, ਜੋ ਬਾਬਾ ਸਾਹਿਬ ਦੀ ਵਿਚਾਰਧਾਰਾ ਹੈ। ਇਸ ਕਰਕੇ ਮੁੱਖ ਤੌਰ 'ਤੇ ਸਾਨੂੰ ਜੇ ਆਪਣੇ ਸਮਾਜ ਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਬਰਾਬਰਤਾ ਹਾਸਲ ਕਰੇ, ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਅਤੇ ਉਹਦਾ ਇੱਕੋ ਇੱਕ ਹੱਲ ਸਾਡੀ ਜਿਹੜੀ ਫੂਲੇ ਸ਼ਾਹੂ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਜੀ ਦੀ ਸੋਚ ਆ, ਉਹਦੇ ਵਿੱਚ ਹੀ ਹੈਗਾ ਆ ਮੌਜੂਦ। ਦੂਸਰੇ ਕਿਸੇ ਜਗ੍ਹਾ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ। ਸਤਵਿੰਦਰ ਜੀ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵਿੱਚ ਇੱਦਾਂ ਦੀ ਕਿਹੜੀ ਖਾਸੀਅਤ ਸੀ ਕਿ ਉਹਨਾਂ ਨੇ ਮਾਰਕਸਿਸਟ ਨੂੰ ਔਰ ਗਾਂਧੀਵਾਦ ਨੂੰ ਵੀ ਫੇਲ ਕਰਕੇ ਰੱਖ ਦਿੱਤਾ? ਉਹਨਾਂ ਦੀ ਉਹ ਇੱਦਾਂ ਦੀ ਕਿਹੜੀ ਖਾਸ ਗੱਲ ਸੀ, ਜਾਂ ਉਹਨਾਂ ਦੀ ਲਿਆਕਤ, ਉਹਨਾਂ ਦੀ ਪੜ੍ਹਾਈ ਲਿਖਾਈ, ਉਹਨਾਂ ਦੀ ਐਜੀਟੇਸ਼ਨ ਅੰਦੋਲਨ, ਜਾਂ ਉਹਨਾਂ ਦੀ ਸੋਚਣ ਦਾ ਤਰੀਕਾ ਅਲੱਗ? ਦੇਖੋ ਜੀ, ਕੁਛ ਗੱਲਾਂ ਸਾਨੂੰ ਬੜਾ ਅਸੀਂ ਆਪਣੇ ਆਪ ਨੂੰ ਲੱਕੀ ਸਮਝਦੇ ਹਾਂ ਕਿ ਅਸੀਂ ਉਹਨਾਂ ਨੂੰ ਮਿਲ ਸਕੇ ਹਾਂ, ਉਹਨਾਂ ਨੂੰ ਦੇਖ ਸਕੇ ਹਾਂ ਨੇੜਿਓਂ, ਕਿਉਂਕਿ ਅੱਜ ਦੀ ਬਹੁਤ ਸਾਰੀ ਨੌਜਵਾਨ ਪੀੜ੍ਹੀ ਨੇ ਉਹਨਾਂ ਨੂੰ ਨਹੀਂ ਦੇਖਿਆ। ਅਤੇ ਕੁਛ ਗੱਲਾਂ ਅਸੀਂ ਆਪ ਵੀ ਦੇਖੀਆਂ, ਓਬਜ਼ਰਵ ਕੀਤੀਆਂ, ਔਰ ਕੁਛ ਲੋਕ ਜਿਹੜੇ ਹੋਰ ਵੀ ਉਹਨਾਂ ਨਾਲ ਕੰਮ ਕਰਦੇ ਰਹੇ ਆ, ਉਹ ਵੀ ਗੱਲਾਂ ਦੱਸਦੇ ਆ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦਰ ਇੱਕ ਤਾਂ ਚਲੋ ਜਾਣਕਾਰੀ ਪੱਖੋਂ, ਨੌਲੇਜ ਪੱਖੋਂ ਵੀ ਉਹ ਬਹੁਤ ਮਜ਼ਬੂਤ ਸੀਗੇ। ਉਹਨਾਂ ਨੇ ਬਹੁਤ ਸਮਾਂ ਰਿਸਰਚ ਕੀਤਾ, ਮਹਾਂਪੁਰਸ਼ਾਂ ਨੂੰ ਪੜ੍ਹਿਆ, ਉਹਨਾਂ ਦੀਆਂ ਲਹਿਰਾਂ ਨੂੰ ਸਮਝਿਆ, ਔਰ ਇਸ ਤੋਂ ਇਲਾਵਾ ਉਹਨਾਂ ਦੇ ਅੰਦਰ ਜਿਹੜੀ ਇਮਾਨਦਾਰੀ ਹੈ। ਬਾਬਾ ਸਾਹਿਬ ਨੇ ਕਿਹਾ ਆ, ਮੈਂ ਇਹ ਗੱਲਾਂ ਸ਼ੇਅਰ ਵੀ ਕਰਦਾ ਰਹਿੰਦਾ, ਬਾਬਾ ਸਾਹਿਬ ਨੇ ਕਿਹਾ ਇੱਕ ਆਗੂ ਦੇ ਅੰਦਰ 2 ਗੁਣ ਹੋਣੇ ਬਹੁਤ ਜ਼ਰੂਰੀ ਆ। ਏ ਲੀਡਰ ਸ਼ੁੱਡ ਬੀ ਓਨੈਸਟ ਐਂਡ ਇੰਟੈਲੀਜੈਂਟ। ਇਮਾਨਦਾਰ ਹੋਣਾ ਚਾਹੀਦਾ ਔਰ ਸਮਝਦਾਰ ਹੋਣਾ ਚਾਹੀਦਾ। ਜੇ ਇਮਾਨਦਾਰ ਹੈ ਨਹੀਂ, ਜਿੰਨਾ ਮਰਜ਼ੀ ਇੰਟੈਲੀਜੈਂਟ ਹੋਵੇ, ਉਹ ਸਮਾਜ ਦੀ ਅਗਵਾਈ ਨਹੀਂ ਕਰ ਸਕਦਾ। ਔਰ ਜੇ ਇਮਾਨਦਾਰ ਹੈਗਾ ਆ, ਇੰਟੈਲੀਜੈਂਟ ਹੈ ਨਹੀਂ, ਸਮਝ ਹੀ ਹੈ ਨਹੀਂ ਉਹਦੇ ਅੰਦਰ, ਫਿਰ ਵੀ ਉਹ ਸਮਾਜ ਦੀ ਅਗਵਾਈ ਨਹੀਂ ਕਰ ਸਕਦਾ। ਸਾਹਿਬ ਦੇ ਅੰਦਰ ਇਹ ਦੋ ਚੀਜ਼ਾਂ ਤਾਂ ਸੀਗੀਆਂ ਹੀ ਸੀਗੀਆਂ। ਤੀਜੀ ਜਿਹੜੀ ਚੀਜ਼ ਹੈ ਜਿਹਦੇ ਕਰਕੇ ਉਹ ਬਹੁਤ ਜ਼ਿਆਦਾ ਕੰਮ ਕਰ ਸਕੇ, ਇਹ ਲੋਕ ਵੀ ਮੰਨਦੇ ਆ, ਉਹਨਾਂ ਦੇ ਵਿਰੋਧੀ ਵੀ ਮੰਨਦੇ ਆ, ਉਹ ਕੀ ਸੀ? ਉਹਨਾਂ ਦਾ ਸੈਕਰੀਫਾਈਸ, ਉਹਨਾਂ ਦਾ ਤਿਆਗ। ਜਿੰਨਾ ਤਿਆਗ ਸਾਹਿਬ ਕਾਂਸ਼ੀ ਰਾਮ ਜੀ ਨੇ ਕੀਤਾ, ਉਹਦੀ ਮਿਸਾਲ ਇੰਡੀਆ ਤੱਕ ਹੀ ਦੁਨੀਆ ਦੇ ਵਿੱਚ ਲੱਭਣੀ ਔਖੀ ਆ ਕਿ ਇੱਕ ਬੰਦਾ ਆਪਣਾ ਘਰ ਪਰਿਵਾਰ ਛੱਡ ਕੇ, ਨੌਕਰੀ ਛੱਡ ਕੇ, ਸਾਰੀਆਂ ਸਹੂਲਤਾਂ ਛੱਡ ਕੇ, ਪੂਰੇ ਦੇਸ਼ ਦੇ ਵਿੱਚ ਸਾਦੇ ਲਿਬਾਸ ਦੇ ਵਿੱਚ, ਬਗੈਰ ਸਾਧਨਾਂ ਦੇ, ਪਿੰਡ ਗਲੀਆਂ 'ਚ ਘੁੰਮਿਆ, ਲੋਕਾਂ ਨੂੰ ਜਾ ਕੇ ਮਿਲਿਆ, ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦੱਸੀਆਂ, ਉਹਨਾਂ ਦੇ ਹੱਲ ਦੱਸੇ, ਅਤੇ ਤਦੇ ਕਰਕੇ ਉਹ ਲੱਖਾਂ ਕਰੋੜਾਂ ਲੋਕਾਂ ਨੂੰ ਜੋੜਨ 'ਚ ਕਾਮਯਾਬ ਹੋਏ। ਮੈਨੂੰ ਲੱਗਦਾ ਇਹ ਉਹਨਾਂ ਦੀ ਕਾਮਯਾਬੀ ਦੇ ਪਿੱਛੇ ਬਹੁਤ ਵੱਡਾ ਕਾਰਨ ਹੈ। ਸਾਹਿਬ 4-4 5-5 ਘੰਟੇ ਦਾ ਕੇਡਰ ਲਾਉਂਦੇ ਸੀ। ਹਾਂਜੀ। ਔਰ ਕਈ ਕੇਡਰ ਕੈਂਪ ਤੋਂ ਉਹਨੇ 17-17 ਘੰਟੇ ਦੇ ਵੀ ਲਾਏ, 5-5 ਦਿਨਾਂ ਦੇ ਲਾਏ ਆ। ਬਿਲਕੁਲ 5-5 ਦਿਨ ਦੇ।
ਤੇ ਨੈਸ਼ਨਲ ਲੈਵਲ ਤੇ ਕਾਨਫਰੰਸਾਂ ਕਰਦੇ ਰਹਿੰਦੇ ਸੀ। ਪਰ ਹਾਂਜੀ। ਸਾਹਿਬ ਦੇ ਜਾਣ ਤੋਂ ਬਾਅਦ ਨਾ ਤਾਂ ਕੋਈ ਇਦਾਂ ਦੀ ਨੈਸ਼ਨਲ ਪਰਸਨੈਲਿਟੀ ਜਿਹੜੀ ਕੇਡਰ ਲਾਉਂਦੀ ਹੋਵੇ ਤੇ ਨਾ ਕੋਈ ਨੈਸ਼ਨਲ ਪੱਧਰ ਦੀ ਕੋਈ ਰੈਲੀ ਹੋ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕਿਤੇ ਕੋਈ ਬਾਈ ਇਲੈਕਸ਼ਨ ਹੁੰਦਾ ਸੀ ਹਾਂਜੀ ਤਾਂ ਉਹਨੂੰ ਇੱਕ ਇੱਦਾਂ ਫਾਈਟ ਦੇ ਤੌਰ ਤੇ ਲੈਂਦੇ ਸੀ। ਔਰ ਤਕੜੀ ਜਿੱਦਾਂ ਵੀ ਕੋਈ ਉਹਨੂੰ ਇੱਕ ਯੁੱਧ ਦੀ ਖਾਸ ਮੌਕਾ ਮੰਨਦੇ ਸੀ ਹਾਂ, ਪ੍ਰਚਾਰ ਪਰ ਦਾ। ਇਹਨਾਂ ਚੀਜ਼ਾਂ ਦੀ ਕਿਤੇ ਕਮੀ ਨਹੀਂ ਰੜਕਦੀ। ਦੇਖੋ ਜੀ, ਇਹਨਾਂ ਦੀ ਕਮੀ ਤਾਂ ਹੈਗੀ ਆ। ਮੈਂ ਖੁਦ ਇੱਕ ਰੈਲੀ ਉਹਦੇ ਬਾਰੇ ਮੈਂ ਲਿਖਿਆ ਵੀ ਆ 6 ਦਸੰਬਰ 2000 ਦੇ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੇ ਲਾਲ ਕਿਲ੍ਹੇ ਦੇ ਪਿੱਛੇ ਬਹੁਤ ਵੱਡੀ ਰੈਲੀ ਕੀਤੀ ਸੀ, ਜਦੋਂ ਕਿ ਵਾਜਪੇਈ ਸਰਕਾਰ ਨੇ ਸੰਵਿਧਾਨ ਦੀ ਸਮੀਖਿਆ ਦੀ ਇੱਕ ਕਮੇਟੀ 6 ਦਸੰਬਰ 2000 6 ਦਸੰਬਰ 2000 ਉਹ ਰੈਲੀ ਦੇ ਵਿੱਚ ਮੈਂ ਬੰਗਾਲ ਦੀ ਯੂਨਿਟ ਦੇ ਨਾਲ ਕਲਕੱਤੇੋਂ ਆਇਆ ਸੀ ਬਕਾਇਦਾ, ਔਰ ਉਹ ਰੈਲੀ ਅਟੈਂਡ ਕਰਕੇ ਗਿਆ ਸੀਗਾ। ਲੱਖਾਂ ਦੀ ਗਿਣਤੀ 'ਚੋਂ ਰੈਲੀ ਹੋਈ ਸੀ। ਤੇ ਉਸ ਤੋਂ ਬਾਅਦ 2 ਵੱਡੀਆਂ ਰੈਲੀਆਂ ਲਖਨਊ 'ਚ ਹੋਈਆਂ, ਮੈਂ ਉਹਨਾਂ 'ਚ ਤਾਂ ਨਹੀਂ ਜਾ ਸਕਿਆ। ਪਰ ਉਹ ਦਿੱਲੀ ਵਾਲੀ ਜਿਹੜੀ ਤੁਸੀਂ ਕਹਿੰਦੇ ਆ ਗੱਲ ਕਿ ਵੱਡੀਆਂ ਰੈਲੀਆਂ ਨੈਸ਼ਨਲ ਪੱਧਰ ਦੀਆਂ ਹੁੰਦੀਆਂ ਸੀ, ਇੱਕ ਰੈਲੀ ਮੈਂ ਅਟੈਂਡ ਕੀਤੀ ਆ, ਮੈਂ ਅੱਖੀਂ ਉਹ ਸਾਰਾ ਨਜ਼ਾਰਾ ਦੇਖਿਆ। ਲਾਸਟ ਰੈਲੀ ਸੀ ਦਿੱਲੀ ਦੇ ਵਿੱਚ ਵੱਡੀ, ਹੈ ਜੀ। ਤੇ ਸਾਹਿਬ ਦੇ ਸਮੇਂ ਰੈਲੀਆਂ, ਅੰਦੋਲਨ, ਕਾਨਫਰੰਸਾਂ, ਮੀਟਿੰਗਾਂ, ਇਹਨਾਂ ਦਾ ਦੌਰ ਲਗਾਤਾਰ ਚੱਲਦਾ ਸੀਗਾ। ਔਰ ਇਸੇ ਕਰਕੇ ਨਾ ਸਿਰਫ ਉਹ ਸਮਾਜ ਨੂੰ ਜਾਗਰੂਕ ਕਰਨ 'ਚ ਕਾਮਯਾਬ ਹੋਏ, ਉਹਨਾਂ ਨੂੰ ਲਗਾਤਾਰ ਆਪਣੇ ਨਾਲ ਜੋੜ ਕੇ ਰੱਖਣ 'ਚ ਵੀ ਉਹ ਸਫਲ ਸੀਗੇ। ਉਹਨਾਂ ਦੇ ਜਾਣ ਤੋਂ ਬਾਅਦ ਉਹ ਜਿਹੜਾ ਕੰਮ ਕਰਨ ਦਾ ਉਹਨਾਂ ਦਾ ਤਰੀਕਾ ਸੀਗਾ, ਉਹ ਉਸ ਤਰੀਕੇ ਨਾਲ ਨਹੀਂ ਅੱਗੇ ਚੱਲ ਸਕਿਆ। ਇਹਦੇ ਕਰਕੇ ਅਸੀਂ ਦੇਖਦੇ ਹਾਂ ਹੌਲੀ ਹੌਲੀ ਜਿਹੜੀ ਲਹਿਰ ਆ ਉਹਨਾਂ ਦੀ, ਉਹਦੇ 'ਚ ਖੜੋਤ ਆ ਗਈ, ਉਹਦੇ 'ਚ ਨਿਕਾਰ ਆਉਣਾ ਸ਼ੁਰੂ ਹੋ ਗਿਆ। ਜੇ ਉਹਨਾਂ ਦੇ ਤਰੀਕੇ ਨਾਲ ਹੀ ਕੰਮ ਅੱਗੇ ਚੱਲਦਾ ਰਹਿੰਦਾ ਤਾਂ ਸ਼ਾਇਦ ਅੱਜ ਤਾਂ ਦੇਸ਼ ਦਾ ਮਾਹੌਲ ਹੀ ਕੁਝ ਹੋਰ ਹੋਣਾ ਸੀਗਾ। ਆਸ ਕਰਨੀ ਬਣਦੀ ਹੈ ਵੀ ਕਦੀ ਦੁਬਾਰਾ ਇਹ ਦੌਰ ਪਰਤੂਗਾ। ਦੁਬਾਰਾ ਪਰਤੂਗਾ ਜੀ, ਆਸ ਜਿੱਦਾਂ ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਆ, ਹੋ ਸ਼ਕਤ ਹੈ ਨਾ। ਔਰ ਸਾਹਿਬ ਕਾਂਸ਼ੀ ਰਾਮ ਜੀ ਦੀਆਂ ਕਈ ਕੋਟੇਸ਼ਨਾਂ ਮੈਨੂੰ ਬੜੀਆਂ ਬਚਪਨ ਤੋਂ ਹੀ ਪ੍ਰਭਾਵਿਤ ਕੀਤੀਆਂ। ਉਹਨਾਂ 'ਚ ਇੱਕ ਹੋਰ ਬੜੀ ਇੰਪੋਰਟੈਂਟ ਕੋਟੇਸ਼ਨ ਆ, ਉਹ ਕਹਿੰਦੇ ਕਿ ਤਮੰਨਾ ਸੱਚੀ ਹੋ तो हज़ारों रास्ते निकल आते, तमन्ना झूठी हो तो हज़ारों बहाने निकल आते। तो इस करके आस पूरी हैगी आ, अगे भी हो सकता है, पर उहदी शर्त यह आ भी सानू महापुरुषों की विचारधारा ते पूरी तरह काम करना पएगा, है ना। उन्हां ते चलना पएगा, उन्हां दी विचारधारा दे उपर, फिर ही अगे चल के जिहड़ा ये साडा लहर है या साडी जो अंदोलन कह लो, ये फिर अगे दोबारा जा सकदा। ਉਹ ਜ਼ਿੰਮੇਵਾਰੀ ਕਿਹਦੀ ਆ ਸਾਹਿਬ ਦੀਆਂ ਲਿਖਤਾਂ ਨੂੰ ਜਾਂ ਉਹਨਾਂ ਦੇ ਕਈਆਂ ਕੋਟੇਸ਼ਨਾਂ ਨੂੰ ਜਾਂ ਉਹਨਾਂ ਦੀਆਂ ਵਿਚਾਰਧਾਰਾ ਨੂੰ ਲੋਕਾਂ ਵਿੱਚ ਲੈ ਕੇ ਜਾਂ ਆਮ ਪੀੜ੍ਹੀ ਨੂੰ ਕਿਸੇ ਐਕਟਰ ਬਾਰੇ ਪਤਾ ਹੋ ਸਕਦਾ ਜਿਹੜੀ ਨਵੀਂ ਪੀੜ੍ਹੀ ਆ, ਪਰ ਉਹਨੂੰ ਸਾਹਿਬ ਬਾਰੇ ਨੌਲੇਜ ਨਹੀਂ ਹੈਗੀ। ਹਾਂਜੀ ਹਾਂਜੀ। ਤੇ ਉਹ ਕਮੀ ਕਿੱਦਾਂ ਦੂਰ ਹੋਊਗੀ, ਕਿਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਜਿਹੜੀਆਂ ਲਿਖਤਾਂ ਉਹਨਾਂ ਦੇ ਜਾਂ ਉਹਨਾਂ ਦੀਆਂ ਜਿਹੜੀ ਵਿਚਾਰਧਾਰਾ ਦੀਆਂ ਤੇ ਲੱਖ ਲੱਖ ਤੱਕ ਉਹਨਾਂ ਦੀ ਗੱਲ ਜਿਹੜੀ ਆ ਉਹ ਨਵੀਂ ਪੀੜ੍ਹੀ 'ਚ ਕਿੱਦਾਂ ਲੈ ਕੇ ਜਾਊ, ਕੌਣ ਲੈ ਕੇ ਜਾਊ? ਦੇਖੋ ਜੀ, ਬਾਬਾ ਸਾਹਿਬ ਨੇ ਗੱਲ ਕਹੀ ਆ, ਇਹ ਕੋਟੇਸ਼ਨ ਆਪਾਂ ਸਾਰੇ ਸੁਣਦੇ ਹਾਂ, ਪੜ੍ਹਦੇ ਹਾਂ। ਉਹ ਕਹਿੰਦੇ ਵੀ ਜਦੋਂ ਸਮਾਜ 'ਤੇ ਕੋਈ ਭੀੜ ਪੈਂਦੀ ਆ, ਕੋਈ ਬੁਰਾ ਵਕਤ ਆਉਂਦਾ ਹੈ, ਅਤੇ ਉਹਦਾ ਜਿਹੜਾ ਬੁੱਧੀਜੀਵੀ ਵਰਗ ਆ ਉਹਦੀ ਅਗਵਾਈ ਕਰਦਾ ਹੈ। ਸਮਾਜ ਨੂੰ, ਦੇਸ਼ ਨੂੰ ਦਿਸ਼ਾ ਦੇਣ ਦਾ ਕੰਮ ਉਹਦੇ ਬੁੱਧੀਜੀਵੀ ਵਰਗ ਦਾ ਹੁੰਦਾ ਹੈ। ਉਹ ਕਹਿੰਦੇ ਜੇ ਤਾਂ ਬੁੱਧੀਜੀਵੀ ਵਰਗ ਇਮਾਨਦਾਰ ਹੋਵੇ ਅਤੇ ਉਹਨੂੰ ਸਹੀ ਸੇਧ ਦਿੰਦਾ ਹੈ, ਉਹਨੂੰ ਅੱਗੇ ਲੈ ਕੇ ਜਾਂਦਾ ਹੈ। ਜੇ ਉਹ ਬੁੱਧੀਜੀਵੀ ਵਰਗ ਆਪਣੀ ਜ਼ਿੰਮੇਵਾਰੀ ਨਾ ਨਿਭਾਵੇ ਅਤੇ ਉਹਦਾ ਨਿਗਾਰ ਉਸ ਸਮਾਜ ਦਾ, ਉਸ ਦੇਸ਼ ਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਲੋਕਾਂ 'ਚ ਲੈ ਕੇ ਜਾਣ ਦਾ ਕੰਮ, ਇਹ ਮੈਨੂੰ ਲੱਗਦਾ ਕਿ ਸਮਾਜ ਦੇ ਬੁੱਧੀਜੀਵੀ ਵਰਗ ਦੀ ਜ਼ਿੰਮੇਵਾਰੀ ਬਣਦੀ ਆ। ਜਿੱਦਾਂ ਤੁਸੀਂ ਲੱਗੇ ਆ, ਮੈਂ ਆ, ਹੋਰ ਵੀ ਬਹੁਤ ਸਾਰੇ ਦੇਸ਼ 'ਚ ਅਲੱਗ-ਅਲੱਗ ਜਗ੍ਹਾ ਲੋਕ ਕੰਮ ਕਰ ਰਹੇ ਆ। ਅਕੇਲਾ ਜੀ ਨੇ ਕਾਂਸ਼ੀ ਰਾਮ ਸਾਹਿਬ ਦਾ ਬਹੁਤ ਸਾਰਾ ਲਿਟਰੇਚਰ ਇਕੱਠਾ ਕਰਕੇ ਛਾਪਿਆ, ਮੈਂ ਉਹਨਾਂ ਦੇ ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ। ਅਤੇ ਇਹ ਸਮਾਜ ਦੇ ਬੁੱਧੀਜੀਵੀ ਆਗੂਆਂ ਦੀ ਵਰਗ ਦੀ ਇਹ ਜ਼ਿੰਮੇਵਾਰੀ ਆ ਕਿ ਜਿੱਦਾਂ ਲੋਕਾਂ ਨੇ ਬਾਬਾ ਸਾਹਿਬ ਦੇ ਵੋਲੀਊਮਾਂ ਨੂੰ ਛਪਵਾਉਣ ਦੇ ਲਈ ਸੰਘਰਸ਼ ਤੱਕ ਕੀਤਾ, ਮਹਾਰਾਸ਼ਟਰ 'ਚ ਅੰਦੋਲਨ ਹੋਏ ਆ ਕਿ ਸਰਕਾਰ ਉਹਨਾਂ ਦੇ ਵੋਲੀਊਮ ਛਾਪੇ, ਫਿਰ ਉਹਨਾਂ ਨੂੰ ਛਾਪਣੇ ਪਏ। ਇਸੇ ਤਰ੍ਹਾਂ ਸਾਡੇ ਅੱਜ ਦੇ ਬੁੱਧੀਜੀਵੀ ਵਰਗ ਦੀ ਵੀ ਜ਼ਿੰਮੇਵਾਰੀ ਆ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਜਿਹੜੇ ਵਿਚਾਰ ਆ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਨਾ ਸਿਰਫ ਲਿਖਤੀ ਤੌਰ 'ਚ ਲਿਆਂਦਾ ਜਾਵੇ ਨਵੀਂ ਪੀੜ੍ਹੀ 'ਚ। ਸਾਡੀਆਂ ਦੇਸ਼ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਆ, ਪੰਜਾਬ ਇੱਕ ਵੱਖਰੀ ਇੱਥੇ ਪੰਜਾਬੀ ਬੋਲੀ ਆ, ਇਸੇ ਤਰ੍ਹਾਂ ਹਿੰਦੀ, ਇੰਗਲਿਸ਼ ਤੋਂ ਅੱਗੇ ਲਿਜਾ ਕੇ ਲੋਕਲ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਕੀਤਾ ਜਾਵੇ ਤਾਂ ਕਿ ਹਰ ਬੰਦੇ ਤੱਕ, ਨੌਜਵਾਨ ਪੀੜ੍ਹੀ ਤੱਕ ਉਹਨਾਂ ਦੀ ਭਾਸ਼ਾ 'ਚ ਸਾਹਿਬ ਦੇ ਵਿਚਾਰ ਪਹੁੰਚ ਸਕਣ। ਅਤੇ ਮੁੱਖ ਤੌਰ 'ਤੇ ਇਹਦੀ ਜ਼ਿੰਮੇਵਾਰੀ ਮੈਂ ਸਮਝਦਾ ਇਹ ਜਿਹੜਾ ਸਾਡਾ ਇੰਟੈਲੈਕਚੁਅਲ ਤਬਕਾ ਆ, ਬੁੱਧੀਜੀਵੀ ਆ, ਉਹਨਾਂ ਦੀ ਬਣਦੀ ਹੈ। ਸਾਹਿਬ ਦੇ ਇੱਕ ਸਾਥੀ ਨੇ ਮੈਨੂੰ ਇੱਕ ਵਾਰੀ ਦੱਸਿਆ ਸੀ, ਖੁਲਾਸਾ ਕੀਤਾ ਸੀ ਵੀ ਜਦੋਂ ਸਾਹਿਬ ਦੇ ਵੇਲੇ ਸਾਡੇ ਬਹੁਜਨ ਸਮਾਜ ਦੀ ਕਿਸੇ ਧੀ ਭੈਣ ਨਾਲ ਕੋਈ ਵਿਤਕਰਾ ਹੁੰਦਾ ਸੀ ਜਾਂ ਕੋਈ ਜਬਰ ਜਨਾਹ ਜਾਂ ਕੋਈ ਧੱਕਾ ਜਾਂ ਕੋਈ ਇੱਜ਼ਤ ਦੇ ਕੋਈ ਲੱਛਣ ਲੱਗਦੇ ਸੀ
ਤਾਂ ਸਭ ਤੋਂ ਵੱਧ ਰੋਣੇ ਵਾਲਾ ਬੰਦਾ ਸਾਨੂੰ ਕੋਈ ਦੁਨੀਆ ਤੇ ਸ਼ਖਸੀਅਤ ਨਜ਼ਰ ਨਹੀਂ ਸੀ ਆਉਂਦੀ। ਪਰ ਉਸ ਨੂੰ ਜਾਣ ਤੋਂ ਬਾਅਦ ਕੀ ਉਹ ਲੋਕਾਂ ਦੇ ਜਿਹੜੇ ਸਾਡੇ ਆਗੂਆਂ ਦੇ ਜਿਹੜੀਆਂ ਅੱਖਾਂ ਆ ਕੀ ਉਹ ਪੱਥਰ ਬਣ ਗਈਆਂ ਕਿ ਜਾਂ ਉਹਨਾਂ 'ਚ ਅਥਰੂ ਖਤਮ ਹੋ ਗਏ ਕਿ ਜਾਂ ਉਹਨਾਂ ਨੂੰ ਇਹ ਗਰਾਊਂਡ ਤੇ ਸਭ ਕੁਝ ਨਜ਼ਰ ਨਹੀਂ ਆ ਰਿਹਾ ਕਿ ਜਾਂ ਸਾਡੇ ਲੋਕਾਂ ਨਾਲ ਜਬਰ ਜਨਾਹ ਹੀ ਨਹੀਂ ਹੁੰਦੇ ਤੇ ਧੱਕਾ ਨਹੀਂ ਹੁੰਦਾ। ਅੰਦੋਲਨ ਕਿਉਂ ਨਹੀਂ? ਦੇਖੋ ਜੀ, ਸਾਹਿਬ ਨੇ ਜਦੋਂ ਪਹਿਲਾਂ ਬਾਮ ਸੇਵ ਬਣਾਈ, ਬਾਮ ਸੇਵ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਿਹੜੇ ਪੜ੍ਹੇ ਲਿਖੇ ਸਾਡੇ EMPLOYEE ਆ, ਇਹ ਸਰਕਾਰੀ ਮੁਲਾਜ਼ਮ ਆ, ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਆ, ਘਟਨਾ ਹੁੰਦੀ ਆ, ਸੰਘਰਸ਼ ਦੀ ਲੋੜ ਹੁੰਦੀ ਆ, ਇਹ ਸੰਘਰਸ਼ ਦੇ ਵਿੱਚ ਨਹੀਂ ਆ ਸਕਦੇ। ਇਹਨਾਂ ਦੇ ਉੱਪਰ ਰੂਲ ਆਫ ਕੋਡ ਆਫ ਕੰਡਕਟ ਲਾਗੂ ਆ। ਇਹ ਸਰਕਾਰੀ ਮੁਲਾਜ਼ਮ ਹੋਣ ਕਰਕੇ ਸਰਕਾਰ ਦੇ ਖਿਲਾਫ ਕਿਸੇ ਵੀ ਮੁਜ਼ਾਹਰੇ 'ਚ ਸ਼ਾਮਿਲ ਨਹੀਂ ਹੋ ਸਕਦੇ। ਇਸ ਕੰਮ ਲਈ ਫਿਰ ਉਹਨਾਂ ਨੇ ਅੱਗੇ ਚੱਲ ਕੇ ਤੁਹਾਨੂੰ ਪਤਾ ਹੈ DS4 ਜਿਹੜੀ ਹੈ 1981 'ਚ ਜਥੇਬੰਦੀ ਬਣਾਈ ਕਿ ਸਮਾਜ ਨਾਲ ਜੋ ਵੀ ਧੱਕਾ ਹੁੰਦਾ ਜਾਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ, ਇਹਦੇ ਖਿਲਾਫ ਸੰਘਰਸ਼ ਕਰਨ ਦਾ ਕੰਮ ਜਿਹੜਾ ਉਹ DS4 ਕਰੇਗੀ, ਜਿਹਦੇ 'ਚ ਮੁਲਾਜ਼ਮ ਨਹੀਂ ਹੋਣਗੇ, ਉਹਨਾਂ ਦੇ ਪਰਿਵਾਰਾਂ ਦੇ ਲੋਕ ਹੋ ਸਕਦੇ ਆ ਜਾਂ ਆਮ ਸਾਡੇ ਸਮਾਜ ਦੇ ਲੋਕ ਹੋ ਸਕਦੇ ਆ, ਹੈ ਨਾ। ਅਤੇ ਇਸ ਕਰਕੇ ਉਹਨਾਂ ਨੇ ਲੋਕਾਂ ਨੂੰ ਬਾਮ ਸੇਵ ਰਾਹੀਂ ਵੀ ਸੰਗਠਿਤ ਕੀਤਾ ਔਰ ਫਿਰ DS4 ਰਾਹੀਂ ਵੀ ਸੰਗਠਿਤ ਕਰਕੇ ਇਹ ਸੰਘਰਸ਼ ਵਾਲਾ ਕੰਮ ਵੀ ਸ਼ੁਰੂ ਕੀਤਾ। ਅੱਜ ਸਾਡਾ ਜਿਹੜਾ ਸਮਾਜ ਆ ਉਹ ਉਸ ਪੱਧਰ 'ਤੇ ਇਕਜੁੱਟ ਹੀ ਨਹੀਂ ਹੈਗਾ, ਸੰਗਠਿਤ ਹੀ ਨਹੀਂ ਹੈਗਾ, ਹੈ ਨਾ। ਜਿਹੜੀ ਏਕਤਾ ਕਾਂਸ਼ੀ ਰਾਮ ਸਾਹਿਬ ਨੇ ਲੋਕਾਂ 'ਚ ਪੈਦਾ ਕੀਤੀ ਸੀ, ਪੰਜਾਬ 'ਚ, UP 'ਚ, ਹੋਰ ਬਹੁਤ ਸਾਰੀਆਂ ਸਟੇਟਾਂ 'ਚ, ਦੇਸ਼ 'ਚ, ਖਾਸ ਕਰ ਨਾਰਥ ਇੰਡੀਆ 'ਚ, ਉਹ ਉਹਨਾਂ ਦੇ ਜਾਣ ਤੋਂ ਬਾਅਦ ਹੌਲੀ ਹੌਲੀ ਉਹ ਖਤਮ ਹੋਣੀ ਜਾਂ ਕਹਿ ਲਓ ਵੀ ਘਟਣੀ ਸ਼ੁਰੂ ਹੋ ਗਈ। ਅਤੇ ਉਹ ਏਕਤਾ ਨਹੀਂ ਹੋਣ ਦੇ ਕਰਕੇ ਅੱਜ ਮੁਜ਼ਾਹਰੇ, ਹੁਣ ਪਿੱਛੇ ਜਿਹੇ ਤੁਹਾਨੂੰ ਪਤਾ ਡਾਕਟਰ ਪੰਪੋਸ਼ ਇੱਕ ਸੁਸਾਈਡ ਹੋਇਆ ਅੰਮ੍ਰਿਤਸਰ ਦੇ ਵਿੱਚ, ਉਹਦੇ ਵਿੱਚ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਰਿਐਕਸ਼ਨ ਤਾਂ ਉਹਦਾ ਹੋਇਆ, ਨੋਟਿਸ ਵੀ ਲਿਆ ਗਿਆ, ਪਰ ਜਦੋਂ ਪ੍ਰਦਰਸ਼ਨ ਹੋਏ ਆ, ਛੋਟੇ ਛੋਟੇ ਸੰਗਠਨ ਆ ਆਪਣੇ ਆਪਣੇ ਪੱਧਰ 'ਤੇ ਕਰਦੇ ਆ ਪ੍ਰਦਰਸ਼ਨ, ਉਹਦੇ ਵਿੱਚ ਕੋਈ ਇੰਨੀ ਜ਼ਿਆਦਾ ਲੋਕਾਂ ਦੀ ਸ਼ਮੂਲੀਅਤ ਨਹੀਂ ਹੁੰਦੀ ਅਤੇ ਸ਼ਾਸਨ ਪ੍ਰਸ਼ਾਸਨ ਦੇ ਉੱਪਰ ਉਹਦਾ ਕੋਈ ਜ਼ਿਆਦਾ ਇੰਨਾ ਪ੍ਰਭਾਵ ਨਹੀਂ ਪੈਂਦਾ। ਜਦੋਂ ਤੱਕ ਇਕਜੁੱਟ ਹੋ ਕੇ ਮੁਜ਼ਾਹਰੇ ਨਹੀਂ ਕੀਤੇ ਜਾਂਦੇ, ਉਦੋਂ ਤੱਕ ਇਹ ਘਟਨਾਵਾਂ ਨੂੰ ਮਤਲਬ ਕਿ ਰੋਕਣਾ ਬਹੁਤ ਮੁਸ਼ਕਿਲ ਹੈ। ਔਰ ਸਾਹਿਬ ਇੱਥੇ ਤੱਕ ਕਹਿੰਦੇ ਸੀ ਵੀ ਜਦੋਂ ਅਸੀਂ ਕੋਈ ਪ੍ਰਦਰਸ਼ਨ ਕਰਨਾ ਆ ਅਤੇ ਅਸੀਂ ਪਹਿਲਾਂ ਪੂਰੀ ਤਿਆਰੀ ਰੱਖਣੀ ਆ, ਔਰ ਜੇ ਸਾਨੂੰ ਲੋੜ ਪਈ ਤਾਂ ਦਿਨਾਂ ਦੇ ਵਿੱਚ ਕੀ ਘੰਟਿਆਂ 'ਚ ਅਸੀਂ ਲੱਖਾਂ ਲੋਕ ਇਕੱਠੇ ਕਰ ਲਈਏ, ਸਾਨੂੰ ਇੱਦਾਂ ਦੀ ਤਿਆਰੀ ਕਰਨੀ ਪੈਣੀ, ਉਹ ਨਹੀਂ ਕਰਕੇ ਦਿਖਾਲੇ ਵੀ। ਕੀ ਤੁਹਾਨੂੰ ਲੱਗਦਾ ਵੀ ਬਾਮ ਸੇਵ ਵਰਗੀ ਜਥੇਬੰਦੀ ਮੁੜ ਕੇ ਨਹੀਂ ਖੜ ਸਕੀ ਜਾਂ ਉਹਦੀ ਕੋਈ ਕਮੀ ਹੈ, ਜਾਂ DS4 ਵਰਗੇ ਜੁਝਾਰੂ ਲੋਕਾਂ 'ਚ ਜਿਹੜੀ ਇੱਕ ਸੰਸਥਾ ਸੀ ਹਾਂਜੀ ਲੜਨ ਅਤੇ ਮਰਨ ਵਾਲੀ, ਅਤੇ ਉਹਦੀ ਵੀ ਕਮੀ ਆ, ਜਾਂ ਇਹਨਾਂ 'ਤੇ ਕੋਈ ਦੁਬਾਰਾ ਕੋਈ ਕੰਮ ਕਰਨ ਦੀ ਕਿਤੇ ਨਾ ਕਿਤੇ ਹੋਣੀ ਚਾਹੀਦੀ ਆ? ਬਿਲਕੁਲ ਹੋਣੀ ਚਾਹੀਦੀ ਹੈ ਜੀ। ਦੇਖੋ, ਸਾਹਿਬ ਨੇ 3 ਵਿੰਗ ਬਣਾਏ ਸੀਗੇ ਮੁੱਖ ਤੌਰ 'ਤੇ, ਹਾਲਾਂਕਿ ਵਿੰਗ ਤਾਂ ਉਹਨਾਂ ਨੇ ਹੋਰ ਵੀ ਬਣਾਏ, ਉਹਨਾਂ ਦੇ ਵਿੱਚੋਂ ਹੋਰ ਵੀ ਵਿੰਗ ਬਣਾਏ, ਪਰ ਮੁੱਖ ਤੌਰ 'ਤੇ ਉਹਨਾਂ ਨੇ 3 ਵਿੰਗ ਬਣਾਏ ਸਮਾਜ ਦੇ ਲਈ। ਇੱਕ ਬੁੱਧੀਜੀਵੀ ਵਰਗ, ਪੜ੍ਹਿਆ ਲਿਖਿਆ ਲੋਕਾਂ ਦਾ, ਇੱਕ ਸੰਘਰਸ਼ ਕਰਨ ਵਾਲਿਆਂ ਲੋਕਾਂ ਦਾ DS4, ਔਰ ਤੀਜਾ ਪੋਲੀਟੀਕਲ ਵਿੰਗ, ਪੋਲੀਟੀਕਲ ਲੜਾਈ ਲੜਨ ਵਾਸਤੇ, ਸੰਘਰਸ਼ ਵਾਸਤੇ, ਤਾਂ ਕਿ ਅਸੀਂ ਰਾਜ ਸੱਤਾ ਜਾਂ ਹੁਕਮਰਾਨ ਬਣ ਸਕੀਏ। ਅੱਜ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਪੋਲੀਟੀਕਲ ਵਿੰਗ ਆ ਉਹ ਚਲੋ ਕੰਮ ਕਰ ਰਿਹਾ, ਉਸ ਲੈਵਲ 'ਤੇ ਨਹੀਂ ਵੀ ਹੋ ਰਿਹਾ ਤਾਂ ਉਹ ਮਤਲਬ ਕਿ ਹੈਗਾ ਐਕਟੀਵਿਟੀ 'ਚ। ਜਿਹੜਾ ਬਾਮ ਸੇਫ ਔਰ DS4 ਸੰਘਰਸ਼ ਕਰਨ ਵਾਲਾ ਔਰ ਬੁੱਧੀਜੀਵੀ, ਜਿਹਨੂੰ ਕਾਂਸ਼ੀ ਰਾਮ ਸਾਹਿਬ ਥਿੰਕ ਟੈਂਕ ਕਹਿੰਦੇ ਸੀ, ਬ੍ਰੇਨ ਬੈਂਕ ਕਹਿੰਦੇ ਸੀਗੇ, ਉਹ ਸਮਾਜ ਦੇ ਵਿੱਚ ਨਜ਼ਰ ਹੀ ਨਹੀਂ ਆਉਂਦਾ ਕਿਤੇ। ਔਰ ਉਹਨਾਂ ਤੋਂ ਬਗੈਰ, ਜਿੱਦਾਂ ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਸੀਗੇ ਵੀ ਜਿਸ ਸਮਾਜ ਦੀਆਂ ਗੈਰ ਰਾਜਨੀਤਿਕ ਜੜ੍ਹਾਂ ਮਜ਼ਬੂਤ ਨਹੀਂ ਹੁੰਦੀਆਂ, ਉਹਨਾਂ ਦੀ ਰਾਜਨੀਤੀ ਕਾਮਯਾਬ ਨਹੀਂ ਹੋ ਸਕਦੀ। ਇਹ ਜਿਹੜੇ ਸੰਗਠਨ ਸੀ ਗੈਰ ਰਾਜਨੀਤਿਕ ਜੜ੍ਹਾਂ ਨੂੰ ਹੀ ਮਜ਼ਬੂਤ ਕਰਨ ਲਈ ਬਣਾਏ ਗਏ ਸੀਗੇ, ਉਹ ਹੁਣ ਫੀਲਡ 'ਚ ਕੋਈ ਅੱਗੇ ਵਾਂਗੂ ਐਕਟਿਵ ਨਹੀਂ ਹੈਗੇ, ਉਹਨਾਂ ਕੰਮ ਨਹੀਂ ਹੈਗਾ। ਇਸ ਕਰਕੇ ਸਾਡੀ ਰਾਜਨੀਤੀ ਵੀ ਕਿਤੇ ਨਾ ਕਿਤੇ ਉਹਦੇ ਕਰਕੇ ਕਮਜ਼ੋਰ ਹੋ ਗਈ। ਸਾਹਿਬ ਕਾਂਸ਼ੀ ਰਾਮ ਵੀ ਕਹਿੰਦੇ ਸੀ ਵੀ ਸਾਨੂੰ 1 ਲੱਖ ਰੁਪਏ ਦੇਣ ਵਾਲਾ ਇੱਕ ਬੰਦਾ ਨਹੀਂ ਚਾਹੀਦਾ, ਸਾਨੂੰ 1-1 ਰੁਪਏ ਦੇਣ ਵਾਲਾ ਲੱਖ ਬੰਦਾ ਚਾਹੀਦਾ ਆ। ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਲੱਗਦਾ ਵੀ ਮੂਵਮੈਂਟ ਕਿਤੇ ਜਿੱਦਾਂ ਲਾਲ ਬੱਤੀ ਵਾਂਗੂ ਰੁਕਾਵਟ ਬਣੀ ਹੈ। ਇਹ ਬਿਲਕੁਲ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਇਹ ਗੱਲ ਕਈਆਂ ਨਾਲ ਕਰਦਾ ਵੀ ਹਾਂ ਕਿ ਸਾਹਿਬ ਕਾਂਸ਼ੀ ਰਾਮ 10 ਲੋਕਾਂ ਤੋਂ, ਜਿੱਦਾਂ ਤੁਸੀਂ ਤਾਂ ਚਲੋ ਇੱਕ ਬੰਦੇ 'ਤੇ ਬਈ ਕੁਛ ਲੋਕਾਂ ਤੋਂ ਜ਼ਿਆਦਾ ਪੈਸਾ ਲੈਣ ਦੀ ਬਜਾਏ ਸਹਿਯੋਗ, ਜ਼ਿਆਦਾ ਲੋਕਾਂ ਤੋਂ ਥੋੜ੍ਹਾ ਸਹਿਯੋਗ ਲੈਣਾ ਜ਼ਿਆਦਾ ਪ੍ਰੈਫਰ ਕਰਦੇ ਸੀ, ਪਸੰਦ ਕਰਦੇ ਸੀ। ਔਰ ਉਹਨਾਂ ਦੇ ਪਿੱਛੇ ਉਹਨਾਂ ਦਾ ਇੱਕ ਸੋਚ ਇਹ ਵੀ ਸੀ ਵੀ ਇਹਦੇ ਕਾਰਨ ਅਸੀਂ ਜ਼ਿਆਦਾ ਲੋਕਾਂ ਤੱਕ ਪਹੁੰਚ ਕਰਦੇ ਹਾਂ, ਜ਼ਿਆਦਾ ਲੋਕ ਸਾਡੇ ਨਾਲ ਜੁੜਦੇ ਆ, ਉਹ ਆਪਣੇ ਆਪ ਨੂੰ ਇਸ ਲਹਿਰ ਦਾ, ਇਸ ਮੂਵਮੈਂਟ ਦਾ, ਅੰਦੋਲਨ ਦਾ ਹਿੱਸਾ ਮੰਨਦੇ ਆ, ਹੈ ਨਾ। ਅਤੇ ਇਹ ਉਹਨਾਂ ਦਾ ਤਰੀਕਾ ਸੀਗਾ। ਅੱਜ ਅਸੀਂ ਦੇਖਦੇ ਹਾਂ ਉਹ ਤਰੀਕਾ ਉਸ ਤਰੀਕੇ ਨਾਲ ਨਹੀਂ ਉੱਥੇ ਕੰਮ ਹੁੰਦਾ। ਸਭ ਵੇਲੇ ਲੱਖਾਂ ਲੋਕ ਲਾਲ ਕਿਲੇ ਤੇ ਪਹੁੰਚਦੇ ਸੀ। ਹਾਂਜੀ, ਮੈਂ ਖੁਦ ਪਹੁੰਚਿਆ, ਲਖਨਊ ਪਹੁੰਚਦੇ ਸੀ, ਹਾਂਜੀ, ਹੁਸ਼ਿਆਰਪੁਰ ਦੀ ਰੋਸ਼ਨ ਗਰਾਊਂਡ ਵਿੱਚ ਪਹੁੰਚਦੇ ਸੀ, ਤੇ ਲੁਧਿਆਣੇ ਦੀ ਦਾਣਾ ਮੰਡੀ ਵਿੱਚ ਪਹੁੰਚਦੇ ਸੀ ਜੀ। ਕਿਤੇ ਨਾ ਕਿਤੇ ਉਹ ਇੱਕ ਜਿਹੜੀ ਕਮੀ ਖਲਕ ਰਹੀ ਆ, ਉਹ ਕਮੀ ਦੇ ਖਲਕਣ ਵਿੱਚ ਕੀ ਘਾਟ ਆ, ਕੀ ਕਾਰਨ ਹੈ?
ਕਿ ਲੋਕਾਂ ਵਿੱਚ ਅਵੇਅਰਨੈਸ ਸੀ, ਲੋਕਾਂ 'ਚ ਦੇਖੋ ਜੀ, ਲੋਕਾਂ ਦੇ ਵਿੱਚ ਮੈਨੂੰ ਇਦਾਂ ਲੱਗਿਆ, ਪੰਜਾਬ ਸਾਰਾ ਵਿਚਰ ਕੇ ਹੋਰ ਵੀ ਸਟੇਟਾਂ 'ਚ ਮੈਂ ਜਾਂਦਾ ਰਹਿੰਦਾ, ਇੰਡੀਆ ਵੀ ਕਾਫੀ ਮੈਂ ਹੋਰ ਸਟੇਟਾਂ 'ਚ ਗਿਆ, ਮੈਨੂੰ ਇਹ ਲੱਗਦਾ ਆ ਆਪਣਾ ਨਿੱਜੀ ਤੌਰ ਤੇ ਮੇਰਾ ਇਹ ਨਜ਼ਰੀਆ ਬਣਿਆ ਆ ਵਿਚਰ ਕੇ ਵੀ ਲੋਕਾਂ 'ਚ ਜਾਗਰੂਕਤਾ ਅੱਗੇ ਨਾਲੋਂ ਵਧੀ ਆ। ਬਾਬਾ ਸਾਹਿਬ ਦੇ ਪ੍ਰਤੀ ਜਿਹੜੀ ਜਾਗਰੂਕਤਾ ਆ, ਸਾਹਿਬ ਕਾਂਸ਼ੀ ਰਾਮ ਜੀ ਦੇ, ਫੂਲੇ ਜੀ, ਮਾਤਾ ਸਵਿਤਰੀ ਬਾਈ ਦਾ ਹਰ ਜਗ੍ਹਾ ਜਨਮ ਦਿਨ, ਟਿਊਸ਼ਨ ਸੈਂਟਰ, ਲਾਇਬ੍ਰੇਰੀਆਂ ਖੁੱਲ੍ਹ ਗਈਆਂ ਇੱਥੇ ਜੰਮੂ ਤੱਕ, ਜਾਗਰੂਕਤਾ ਅੱਗੇ ਨਾਲੋਂ ਸਮਾਜ ਦੇ ਵਿੱਚ ਵਧੀ ਆ। ਪਰ ਜਿਹੜੀ ਇਕਜੁੱਟ ਹੋਣ ਵਾਲੀ ਗੱਲ ਆ, ਜਿੱਦਾਂ ਬਾਬਾ ਸਾਹਿਬ ਨੇ ਕਿਹਾ ਐਜੂਕੇਟ, ਔਰਗੇਨਾਈਜ਼, ਐਜੀਟੇਟ, ਚਲੋ ਕਈ ਕਹਿੰਦੇ ਐਜੀਟੇਟ ਫਿਰ ਔਰਗੇਨਾਈਜ਼ ਹੈ, ਉਹਦੇ ਜਿਹੜਾ ਐਜੂਕੇਟ ਵਾਲਾ ਸ਼ਬਦ ਆ ਪਹਿਲਾ, ਉਹਦੇ ਬਾਰੇ ਤਾਂ ਮੈਨੂੰ ਲੱਗਦਾ ਕਿ ਸਮਾਜ ਅੱਗੇ ਨਾਲੋਂ ਐਜੂਕੇਟ ਜ਼ਿਆਦਾ ਹੋਇਆ ਆ। ਜਿਹੜੀ ਔਰਗੇਨਾਈਜ਼ ਵਾਲੀ ਗੱਲ ਆ, ਉਹ ਕਿਤੇ ਨਾ ਕਿਤੇ ਅੱਗੇ ਤੋਂ ਵਧਣ ਦੀ ਬਜਾਏ ਉਲਟਾ ਉਹ ਘਟ ਗਈ ਆ। ਔਰਗੇਨਾਈਜ਼ ਨਹੀਂ ਹੈਗਾ ਅੱਗੇ ਵਾਂਗੂ ਸਮਾਜ, ਜਗ੍ਹਾ ਜਗ੍ਹਾ ਲੋਕਲ ਲੈਵਲ 'ਤੇ, ਜ਼ਿਲ੍ਹਿਆਂ 'ਚ, ਤਹਿਸੀਲਾਂ 'ਚ, ਛੋਟੇ ਛੋਟੇ ਸੰਗਠਨਾਂ 'ਚ ਸਾਡਾ ਸਮਾਜ ਜਿਹੜਾ ਉਹ ਵੰਡ ਹੋ ਗਿਆ ਅਤੇ ਇਕਜੁੱਟਤਾ ਦੀ ਬਹੁਤ ਭਾਰੀ ਘਾਟ ਹੈ ਸਾਡੇ ਸਮਾਜ 'ਚ। ਜਾਗਰੂਕਤਾ ਦੀ ਚਲੋ ਅੱਗੇ ਨਾਲੋਂ ਕੁਛ ਤਰੱਕੀ ਕਹਿ ਸਕਦੇ ਹੋ। 6 ਦਸੰਬਰ ਜਾਂ 14 ਅਪ੍ਰੈਲ ਜਿਹੜੇ ਇਹ ਦਿਨ ਹੁੰਦੇ ਸੀ, ਕਿਤੇ ਨਾ ਕਿਤੇ ਸਾਹਿਬ ਇਹਨਾਂ ਦਿਨਾਂ ਨੂੰ, ਜਾਂ ਸਤੰਬਰ ਵਗੈਰਾ ਨਾ 24 ਸਤੰਬਰ ਵਗੈਰਾ, ਜਾਂ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਵੱਡੀਆਂ ਰੈਲੀਆਂ ਕਰਦੇ ਸੀ ਨਾ ਮੌਕਿਆਂ 'ਤੇ, ਉਹ ਜਿਹੜਾ ਇੱਕ ਰਸਮਾਂ ਸੀ ਉਹ ਵੀ ਕਿਤੇ ਨਾ ਕਿਤੇ ਖਤਮ ਹੋ ਗਈਆਂ। ਕਿ ਉਹ ਖਤਮ ਹੋਣ ਪਿੱਛੇ ਵੀ ਕਿਤੇ ਨਾ ਕਿਤੇ ਕੋਈ ਕੀ ਕਾਰਨ ਨਜ਼ਰ ਆਉਂਦਾ? ਲੋਕਾਂ ਦੀ ਤਿਆਰੀ ਨਹੀਂ, ਕਿ ਜਾਂ ਸਾਡੇ ਆਗੂਆਂ ਵਿੱਚ ਕਿਤੇ ਨਾ ਕਿਤੇ ਅਵੇਅਰਨੈਸ ਦੀ ਘਾਟ? ਦੇਖੋ ਜੀ, ਆਪਣੇ ਜਿੱਦਾਂ ਕਿ ਆਪਾਂ ਨੂੰ ਪਤਾ ਆ 6 ਦਸੰਬਰ ਬਾਬਾ ਸਾਹਿਬ ਦਾ ਪਰਿਨਿਰਵਾਣ ਦਿਵਸ ਹੈ। ਬਾਮ ਸੇਵ ਦੀ ਸ਼ੁਰੂਆਤ ਕਾਂਸ਼ੀ ਰਾਮ ਸਾਹਿਬ ਨੇ 6 ਦਸੰਬਰ ਨੂੰ ਕੀਤੀ। DS4 ਜਿਹੜੀ ਬਣੀ ਆ, ਉਹਦੀ ਵੀ ਸ਼ੁਰੂਆਤ ਸਾਹਿਬ ਕਾਂਸ਼ੀ ਰਾਮ ਨੇ 6 ਦਸੰਬਰ 1981 ਨੂੰ ਕੀਤੀ। ਜਦੋਂ ਉਹਨਾਂ ਨੇ ਪੋਲੀਟੀਕਲ ਵਿੰਗ ਬਣਾਇਆ, BSP ਬਣਾਈ, ਉਹਦੀ ਸ਼ੁਰੂਆਤ ਉਹਨਾਂ ਨੇ 14 ਅਪ੍ਰੈਲ 1984 ਨੂੰ ਕੀਤੀ। 6 ਦਸੰਬਰ ਔਰ 14 ਅਪ੍ਰੈਲ ਕਾਂਸ਼ੀ ਰਾਮ ਸਾਹਿਬ ਲਈ ਕਿੰਨੇ ਮਹੱਤਵਪੂਰਨ ਇੰਪੋਰਟੈਂਟ ਦਿਨ ਸੀਗੇ, ਉਹ ਆਪਾਂ ਇੱਥੋਂ ਹੀ ਪਤਾ ਦੇਖ ਸਕਦੇ ਹਾਂ ਕਿ ਉਹਨਾਂ ਨੇ ਆਪਣੇ ਜੀਵਨ ਦੇ ਜਿਹੜੇ 3 ਵੱਡੇ ਸੰਗਠਨ ਬਣਾਏ, ਤਿੰਨਾਂ ਦੇ ਦਿਨ ਇਹਨਾਂ 2 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਚੁਣੇ। ਅਤੇ ਇਹ ਗੱਲ ਜ਼ਰੂਰ ਆ ਵੀ ਉਹਨਾਂ ਤੋਂ ਬਾਅਦ ਅੱਜ 14 ਅਪ੍ਰੈਲ ਆਉਂਦਾ ਆ, 6 ਦਸੰਬਰ ਆਉਂਦਾ ਹੈ, ਲੋਕਲ ਲੈਵਲ 'ਤੇ ਆਪਾਂ ਦੇਖ ਰਹੇ ਹਾਂ ਅਪ੍ਰੈਲ ਮਹੀਨਾ ਆ, ਪਿੰਡਾਂ 'ਚ ਪ੍ਰੋਗਰਾਮ ਹੋ ਰਹੇ ਆ। ਇੱਥੇ ਵੀ ਇੱਕ ਪਹਿਲਾਂ ਪ੍ਰੋਗਰਾਮ ਹੋਇਆ ਸੀ, ਇਹਨਾਂ ਨੇ ਆਪਣੇ ਐਡਵੋਕੇਟ ਚਰਨਜੀਤ ਪਵਾਰੀ ਜੀ ਨੇ ਕੀਤਾ ਸੀਗਾ, ਮੈਂ ਆਇਆ ਸੀਗਾ। ਅਤੇ ਹੁਣ ਲੋਕਲ ਲੈਵਲ 'ਤੇ ਤਾਂ ਪ੍ਰੋਗਰਾਮ ਹੁੰਦੇ ਆ, ਪਰ ਜੋ ਨੈਸ਼ਨਲ ਪੱਧਰ ਦੇ ਪ੍ਰੋਗਰਾਮ ਸਾਹਿਬ ਕਾਂਸ਼ੀ ਰਾਮ ਉਲੀਕਦੇ ਸੀਗੇ, ਉਹ ਹੁਣ ਨਜ਼ਰ ਨਹੀਂ ਆਉਂਦੇ, ਉਹਨਾਂ ਦੀ ਬਹੁਤ ਘਾਟ ਹੈ। ਔਰ ਮੈਨੂੰ ਤਾਂ ਲੱਗਦਾ ਕਿ ਅੱਜ ਦਾ ਜੋ ਮਾਹੌਲ ਹੈ, ਜਿੱਦਾਂ ਜਾਗਰੂਕਤਾ ਵਧੀ ਆ, ਜੇ ਅੱਜ ਦੇ ਦੌਰ 'ਚੋਂ ਕੀਤੇ ਜਾਣ ਤਾਂ ਇਕੱਠ ਜਿਹੜਾ ਆ ਉਹ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਹੋਏਗਾ, ਪਰ ਉਹ ਕੀਤਾ ਨਹੀਂ ਜਾਂਦਾ। 1956 ਵਿੱਚ ਲਾਸਟ ਆਪਣੇ ਭਾਸ਼ਣ ਵਿੱਚ ਬਾਬਾ ਸਾਹਿਬ ਰੋਏ ਸੀ ਕਿ ਮੈਨੂੰ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ, ਆਗਰਾ ਦੇ ਵਿੱਚ। ਜੀ ਆਗਰਾ ਦੇ ਵਿੱਚ। ਉਸ ਤੋਂ ਬਾਅਦ 1985 ਵਿੱਚ ਜਦੋਂ ਡਿਸਪਿਊਟ ਹੋਇਆ ਬਾਮ ਸੇਵ ਤੇ ਸਾਹਿਬ ਵਿੱਚ, ਹਾਂਜੀ, ਸਾਹਿਬ ਉਸ ਵੇਲੇ ਬਹੁਤ ਦੁਖੀ ਹੋਏ, ਬੜੀ ਤਕੜੀ ਸੈਟਬੈਕ ਸੀ ਜੀ। ਪਰ ਲੱਗਦਾ ਕਿਤੇ ਨਾ ਕਿਤੇ ਅੱਜ ਵੀ ਜਿਹੜਾ ਪੜ੍ਹਿਆ ਲਿਖਿਆ ਜਿਹੜਾ ਵਰਗ ਹੈ, ਕਿਤੇ ਨਾ ਕਿਤੇ ਉਹ ਇਸ ਸਮਾਜ ਨਾਲ ਧੋਖਾ ਕਰ ਰਿਹਾ, ਜਾਂ ਕਿਤੇ ਨਾ ਕਿਤੇ ਆਪਣੀ ਉਹਨਾਂ ਦੀ ਸ਼ਾਮਾਂ ਜ਼ਿਆਦਾ ਵੱਧ ਗਈਆਂ, ਜਾਂ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਸੰਗਠਨਾਂ ਤੋਂ ਉਹਨਾਂ ਦੇ ਪੈਸੇ ਸਿਰ 'ਤੇ ਗੜਬਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਜੀ, ਮੈਂ ਨਾ ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ। ਮੈਨੂੰ ਕੁਛ ਮਹਾਰਾਸ਼ਟਰ ਦੇ, ਤਾਮਿਲਨਾਡੂ ਤੱਕ ਦੇ, ਹੋਰ ਸਟੇਟਾਂ ਦੇ ਵੀ ਇੱਦਾਂ ਦੇ ਪੜ੍ਹੇ ਲਿਖੇ ਇੰਪਲੋਇਡ ਰਿਟਾਇਰਡ ਵੀ ਲੋਕਾਂ ਦੇ ਮੈਂ ਸੰਪਰਕ 'ਚ ਆਇਆ, ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਕਿਹਾ ਵੀ ਅਸੀਂ ਅੱਜ ਵੀ ਇਸ ਉਮਰ 'ਚ ਵੀ ਨਾਲ ਜੁੜ ਕੇ ਕੰਮ ਕਰਨ ਨੂੰ ਤਿਆਰ ਹਾਂ, ਪਰ ਸਾਨੂੰ ਕੋਈ ਸਹੀ ਅਲਟਰਨੇਟਿਵ ਆਪਸ਼ਨ ਹੀ ਨਹੀਂ ਨਜ਼ਰ ਆਉਂਦੀ ਪੂਰੇ ਦੇਸ਼ ਦੇ ਵਿੱਚ। ਇਹ ਉਹਨਾਂ ਨੇ ਦਿਖਾਂਤ ਆਪਣਾ ਮਤਲਬ ਕਿ ਜ਼ਾਹਰ ਕੀਤਾ। ਉਹ ਕਹਿੰਦੇ ਵੀ ਅਸੀਂ ਇਸ ਉਮਰ 'ਚ, ਚਲੋ ਅਸੀਂ ਸਾਹਿਬ ਕਾਂਸ਼ੀ ਰਾਮ ਜੀ ਨਾਲ ਜਾਂ ਹੋਰ ਲਹਿਰਾਂ 'ਚ ਕੰਮ ਕਰਦੇ ਰਹੇ ਹਾਂ, ਅਸੀਂ ਅੱਜ ਵੀ ਨਹੀਂ ਚਾਹੁੰਦੇ ਕਿ ਅਸੀਂ ਘਰ ਬੈਠੇ ਰਹੀਏ, ਅਸੀਂ ਅੱਜ ਵੀ ਚਾਹੁੰਦੇ ਹਾਂ ਸਹਿਯੋਗ ਕਰਨਾ, ਸਮਾਜ ਦੇ ਨਾਲ ਜੁੜਨਾ, ਜੇ ਕੋਈ ਕੰਮ ਹੋ ਰਿਹਾ ਉਹਦੇ ਨਾਲ ਜੁੜਨਾ, ਪਰ ਸਾਨੂੰ ਕੋਈ ਇੱਦਾਂ ਦਾ ਕੋਈ ਸੰਗਠਨ, ਕੋਈ ਗਰੁੱਪ ਹੀ ਨਹੀਂ ਨਜ਼ਰ ਆਉਂਦਾ, ਕੋਈ ਅਗਵਾਈ ਨਹੀਂ ਨਜ਼ਰ ਆਉਂਦੀ ਜਿਹਦੇ 'ਚ ਅਸੀਂ ਇਹ ਕੰਮ ਕਰ ਸਕੀਏ। ਇਸ ਕਰਕੇ ਅਸੀਂ ਨਿਰਾਸ਼ ਹੋ ਕੇ ਆਪਣੇ ਪੱਧਰ 'ਤੇ ਜੋ ਵੀ ਹੋ ਸਕਦਾ ਉਹ ਕਰਦੇ ਰਹਿੰਦੇ ਹਾਂ। ਪਰ ਇਹ ਲੋਕਾਂ ਦੇ ਅੰਦਰ, ਪੜ੍ਹੇ ਲਿਖੇ ਲੋਕਾਂ ਦੇ ਅੰਦਰ ਚਾਹਤ ਸਾਹਿਬ ਨੇ ਪੈਦਾ ਕੀਤੀ ਸੀ, ਉਹਨਾਂ ਨੇ ਸਮਾਜ ਲਈ ਬਹੁਤ ਕੁਝ ਕੀਤਾ ਵੀ, ਪਰ ਅੱਜ ਇੱਕ ਜਿੱਦਾਂ ਕਹਿੰਦੇ ਆ ਇੱਕ ਵੈਕਿਊਮ ਕ੍ਰੀਏਟ ਹੋਇਆ, ਇੱਦਾਂ ਦਾ ਕੋਈ ਉਹਨਾਂ ਕੋਲ ਸੰਗਠਨ ਗਰੁੱਪ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਐਸੇ ਬਹੁਤ ਸਾਰਿਆਂ ਲੋਕਾਂ ਨੂੰ ਜਿਹੜੇ ਕੰਮ ਤਾਂ ਕਰਨਾ ਚਾਹੁੰਦੇ ਆ ਸਮਾਜ ਨੂੰ, ਮਤਲਬ ਉਹਦੀ ਬਿਹਤਰੀ ਵਾਸਤੇ, ਪਰ ਉਹ ਜੁੜਨ ਕਿਹਦੇ ਨਾਲ, ਕੰਮ ਕਿਹਦੇ ਨਾਲ ਕਰਨ, ਫਿਰ ਥੱਕ ਹਾਰ ਕੇ ਉਹ ਨਿਰਾਸ਼ ਹੋ ਕੇ ਆਪਣੇ ਪੱਧਰ 'ਤੇ ਲੱਗੇ ਆ ਜਿੰਨਾ ਵੀ ਕਰ ਸਕਦੇ। ਸਾਹਿਬ ਕਾਂਸ਼ੀ ਰਾਮ ਅਕਸਰ ਰੇਲਵੇ ਦਾ ਸਫ਼ਰ ਕਰਦੇ ਸੀ, ਹਾਂਜੀ,
ਬੱਸਾਂ 'ਚ ਸਫ਼ਰ ਬਹੁਤ ਸਫ਼ਰ ਕੀਤਾ ਉਹਨੇ, ਹਜ਼ਾਰਾਂ ਕਿਲੋਮੀਟਰ। ਸਾਈਕਲ ਹਜ਼ਾਰਾਂ ਲੱਖਾਂ ਸਾਈਕਲ ਚਲਾਇਆ, ਪੈਦਲ ਚੱਲੇ ਆ। 4,500 5,000 ਕਿਲੋਮੀਟਰ ਉਹਨੇ ਸਾਈਕਲ ਵੀ ਚਲਾਇਆ ਜੀ। ਹਾਲਾਂਕਿ ਇਹ ਨਹੀਂ ਵੀ ਉਹਨਾਂ ਨੂੰ ਪੈਸੇ ਦੀ ਕਮੀ ਸੀ ਜਾਂ ਉਹ ਉਸ ਵੇਲੇ ਹੈਲੀਕਾਪਟਰ ਨਹੀਂ ਹੁੰਦੇ ਸੀ, ਨਹੀਂ ਸੀ, ਕਿਉਂਕਿ ਉਹ ਜਦੋਂ ਉਹ ਹੈਲੀਕਾਪਟਰ ਉਦੋਂ ਹੀ ਵਰਤਦੇ ਸੀ ਜਾਂ ਤਾਂ ਕਿਤੇ ਕਿਸੇ ਪ੍ਰਦੇਸ਼ ਵਿੱਚ ਕੋਈ ਉਹਨੇ ਤੂਫਾਨੀ ਦੌਰੇ ਕਰਨੇ ਆ ਉਸ ਵੇਲੇ, ਹਾਂਜੀ ਹਾਂਜੀ, ਤੇ ਜਾਂ ਫਿਰ ਕੋਈ ਵੱਡੀ ਰੈਲੀ ਕਰਨੀ, ਜਿੱਦਾਂ ਲੁਧਿਆਣਾ ਦੇ ਵਿੱਚ ਦਰੇਸੀ ਗਰਾਊਂਡ 'ਚ ਵੱਡੀਆਂ ਵੱਡੀਆਂ ਰੈਲੀਆਂ ਕਰਦੇ ਰਹੇ ਆ, ਦਿੱਲੀੋਂ ਪ੍ਰੈਸ ਵਾਲੇ ਆਉਣੇ ਜਾਂ ਹਨਾ ਜੀ ਜੀ ਜੀ। ਪਰ ਹੁਣ ਕਿਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਾਈਨਸ ਜਿਹੀਆਂ ਹੋ ਗਈਆਂ। ਕੋਈ ਆਗੂ, ਕੋਈ ਸਾਡੇ ਕੌਮ ਦਾ ਮਸੀਹਾ, ਕੋਈ ਰੇਲਵੇ ਸਫ਼ਰ ਨਹੀਂ ਕਰਨਾ ਚਾਹੁੰਦਾ, ਕੋਈ ਪੈਦਲ ਨਹੀਂ ਕਰਨਾ ਚਾਹੁੰਦਾ, ਕੋਈ ਰੈਲੀ ਨਹੀਂ ਕਰਨਾ ਚਾਹੁੰਦਾ, ਕੋਈ ਲੋਕਾਂ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਕੋਈ ਅੰਦੋਲਨ ਨਹੀਂ ਕਰਨਾ ਚਾਹੁੰਦਾ, ਕੋਈ ਥਾਣਾ ਨਹੀਂ ਘੇਰਨਾ ਚਾਹੁੰਦਾ, ਤੇ ਕਿਤੇ ਨਾ ਕਿਤੇ ਇਹ ਵੀ ਇੱਕ ਵੱਡਾ ਖਤਰਾ ਹੈ ਮੂਵਮੈਂਟ ਲਈ। ਬਿਲਕੁਲ ਹੈਗਾ ਜੀ। ਜਿਹੜਾ ਸਮਾਜ ਦਾ ਆਗੂ ਹੈ, ਨੈਸ਼ਨਲ ਤੋਂ ਲੈ ਕੇ ਲੋਕਲ ਲੈਵਲ ਤੱਕ, ਉਹਦਾ ਸਮਾਜ ਦੇ ਵਿੱਚ ਹਮੇਸ਼ਾ ਉਹਨਾਂ ਦੇ ਸੰਪਰਕ 'ਚ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਜੇ ਸਮਾਜ ਦੇ ਆਗੂ ਵੱਡੇ ਤੋਂ ਵੱਡੇ ਔਰ ਲੋਕਲ ਪਿੰਡ ਲੈਵਲ ਤੱਕ, ਬੂਥ ਲੈਵਲ ਤੱਕ ਲੋਕਾਂ ਦੇ ਵਿੱਚ ਜਿਨ੍ਹਾਂ ਲਈ ਉਹਨਾਂ ਨੇ ਕੰਮ ਕਰਨਾ, ਉਹਨਾਂ ਨਾਲ ਜੁੜੇ ਹੀ ਨਹੀਂ ਹੈਗੇ, ਉਹਨਾਂ ਦੇ ਵਿੱਚ ਹੀ ਨਹੀਂ ਵਿਚਰਦੇ, ਤੇ ਉਹ ਲੋਕ ਉਹਨਾਂ ਨਾਲ ਜ਼ਿਆਦਾਤਰ ਜੁੜੇ ਨਹੀਂ ਰਹਿੰਦੇ। ਤੇ ਤੁਸੀਂ ਆਪਾਂ ਦੇਖਦੇ ਹਾਂ ਇੱਥੇ ਤੱਕ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਆ, ਹਜੇ ਵੀ ਤੁਸੀਂ ਸੁਣਿਆ ਹੋਵੇਗਾ ਬਹੁਤ ਸਾਰੇ ਲੋਕਲ ਜਿਹੜੇ ਉਹਨਾਂ ਦੇ ਵਰਕਰ ਆ, ਉਹਨਾਂ ਨਾਲ ਫੋਨ 'ਤੇ ਬਕਾਇਦਾ ਟੱਚ 'ਚ ਰਹਿੰਦੇ ਆ, ਗੱਲਾਂ ਕਰਦੇ ਆ, ਜਦੋਂ ਜਾਂਦੇ ਆ ਮਿਲ ਕੇ ਵੀ ਆਉਂਦੇ ਆ। ਤੇ ਸਾਹਿਬ ਕਾਂਸ਼ੀ ਰਾਮ ਜੀ ਦਾ ਤਾਂ ਇੱਦਾਂ ਦਾ ਸੀਗਾ ਵੀ ਉਹ ਤਾਂ ਨੈਸ਼ਨਲ ਲੀਡਰ ਹੋਣ ਦੇ ਬਾਵਜੂਦ ਵੀ ਲੋਕਾਂ 'ਚ ਜਾ ਕੇ ਘਰਾਂ 'ਚ ਚਾਹ ਪੀਂਦੇ ਸੀਗੇ, ਮੰਜਿਆਂ 'ਤੇ ਬਹਿ ਜਾਂਦੇ ਸੀ, ਉਹਨਾਂ ਨੂੰ ਕੋਈ ਇੱਦਾਂ ਦੀ ਨਹੀਂ ਗੱਲ ਸੀ। ਤੇ ਜੋ ਉਹਨਾਂ ਨੇ ਸਿਸਟਮ ਚਲਾਇਆ ਸੀਗਾ, ਉਹਨੂੰ ਫੋਲੋ ਜੇ ਕੀਤਾ ਜਾਵੇਗਾ ਤਾਂ ਸਾਨੂੰ ਅੱਗੇ ਤਰੱਕੀ ਮਿਲੂਗੀ, ਰਿਜ਼ਲਟ ਵਧੀਆ ਮਿਲਣਗੇ। ਜੇ ਉਹਨਾਂ ਦੇ ਸਿਸਟਮ ਨੂੰ ਨਹੀਂ ਫੋਲੋ ਕੀਤਾ ਜਾਏਗਾ, ਉਹਨਾਂ ਨੇ ਜਿੱਦਾਂ ਮਿਹਨਤ ਕੀਤੀ, ਆਮ ਲੋਕਾਂ 'ਚ ਗਏ ਵਿਚਰੇ, ਤੁਸੀਂ ਕਿਹਾ ਵੀ ਇੱਦਾਂ ਨਹੀਂ ਕਿ ਉਹਨਾਂ ਕੋਲ ਹੈਲੀਕਾਪਟਰ ਨਹੀਂ ਸੀ, ਪਰ ਫਿਰ ਵੀ ਜਿੱਥੇ ਉਹਨਾਂ ਨੂੰ ਲੱਗਦਾ ਸੀ ਸਾਈਕਲ 'ਤੇ ਜਾਣਾ ਆ, ਰੈਲੀ ਕਰਨੀ ਆ, ਤੇ ਉਹਨਾਂ ਨੇ ਉਹ ਸਾਧਨ ਵੀ ਵਰਤੇ, ਇਸਤੇਮਾਲ ਕੀਤੇ। ਤੇ ਸਾਨੂੰ ਉਹਨਾਂ ਦੇ ਹੀ ਜਿਹੜੇ ਦਿਖਾਏ ਹੋਏ ਰਸਤੇ 'ਤੇ ਵਾਪਸ ਆ ਕੇ ਚੱਲਣਾ ਪਏਗਾ ਜੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਸੁਪਨਾ ਸਫਲ ਹੋਵੇ। ਸਾਹਿਬ ਕਾਂਸ਼ੀ ਰਾਮ ਅਕਸਰ ਕਿਸੇ ਵੀ ਜਦ ਬਾਈ ਇਲੈਕਸ਼ਨ ਹੁੰਦਾ ਸੀ, ਹਾਂਜੀ, ਅੱਜ ਵੀ ਸਾਨੂੰ ਪਿਛਲੇ 25-30 ਸਾਲਾਂ ਤੋਂ ਇਲਾਹਾਬਾਦ ਚੇਤੇ ਆ, ਸਾਨੂੰ ਬਜਨੌਰ ਚੇਤੇ ਆ, ਸਾਨੂੰ ਅਟਾਵਾ ਚੇਤੇ ਆ, ਹੈ ਨਾ, ਵੀ ਕਿੱਦਾਂ ਉਹਨੇ ਫਾਈਟ ਕੀਤੀ। ਪੰਜਾਬ ਤੋਂ ਬੜੇ ਬੰਦੇ ਗਏ, ਬੜੇ ਉਹਨੂੰ ਮੁੰਡੇ ਜੰਗੇ 'ਚ ਮੁੰਡੇ ਸੱਦੇ ਉਹਨਾਂ ਦਿਨਾਂ ਵਿੱਚ, ਤਾਂ ਉੱਥੋਂ ਦੀਆਂ ਅਖਬਾਰਾਂ ਨੇ ਬੜਾ ਕੁਝ ਲਿਖਿਆ ਵੀ ਪੰਜਾਬ ਤੋਂ ਸਾਹਿਬ ਕਾਂਸ਼ੀ ਰਾਮ ਨੇ ਗੁੰਡੇ ਮੰਗਾ ਰੱਖੇ, ਅੱਤਵਾਦੀ ਮੰਗਾ ਰੱਖੇ ਆ। ਪਰ ਉਸ ਤੋਂ ਬਾਅਦ 20 ਸਾਲ ਜਾਣ ਤੋਂ ਬਾਅਦ, ਹਾਲਾਂਕਿ ਇਹ ਨਹੀਂ ਵੀ ਕਿਤੇ ਬਾਈ ਇਲੈਕਸ਼ਨ ਨਹੀਂ ਹੋਇਆ, ਹੁੰਦੀਆਂ ਰਹਿੰਦੀਆਂ, ਲੇਕਿਨ ਅਸੀਂ ਕਿਸੇ ਬਾਈ ਇਲੈਕਸ਼ਨ ਨੂੰ ਇੱਕ ਕੋਈ ਫਾਈਟ ਦੇ ਤੌਰ 'ਤੇ ਕੋਈ ਯੋਗਦਾਨ ਨਹੀਂ ਦੇ ਸਕੇ। ਕੀ ਸਾਡੇ 'ਚ ਇੱਛਾ ਸ਼ਕਤੀ ਦੀ ਘਾਟ ਹੈ ਕਿ ਜਾਂ ਅਸੀਂ ਗਰਾਊਂਡ 'ਤੇ ਉਤਰਨਾ ਨਹੀਂ ਚਾਹੁੰਦੇ ਕਿ ਛੱਡੋ ਪਰੇ ਕੋਈ ਗੱਲ ਨਹੀਂ। ਦੇਖੋ ਜੀ, ਮੈਂ ਤਾਂ ਇੱਕ ਸਾਹਿਬ ਕਾਂਸ਼ੀ ਰਾਮ ਜੀ ਦੇ ਉੱਪਰ ਕਿਤਾਬ, ਅਭੈ ਕੁਮਾਰ ਦੁਬੇ ਕਾਫੀ ਵੱਡੇ ਪੱਤਰਕਾਰ ਆ, ਹਜੇ ਵੀ ਹੈਗੇ, ਉਹਨਾਂ ਨੇ ਕਿਤਾਬਾਂ ਲਿਖੀਆਂ ਸੀ ਕਈ ਲੀਡਰਾਂ ਦੇ ਉੱਪਰ। ਇੱਕ ਕਿਤਾਬ ਉਹਨਾਂ ਨੇ ਕਾਂਸ਼ੀ ਰਾਮ ਸਾਹਿਬ 'ਤੇ ਲਿਖੀ ਸੀ, ਜਿਹੜੀ ਮੈਂ ਉਦੋਂ ਕਲਕੱਤੇ ਹੀ ਕਾਫੀ ਬਚਪਨ 'ਚ ਹੀ ਪੜ੍ਹੀ ਸੀ, ਘੱਟ ਉਮਰ ਦੇ ਵਿੱਚ। ਉਹਦੇ ਵਿੱਚ ਜਿਹੜੀ ਤੁਸੀਂ ਬਾਈ ਇਲੈਕਸ਼ਨਾਂ ਦੀ ਗੱਲ ਕੀਤੀ ਆ, ਉਹਨਾਂ ਨੇ ਉਹਦਾ ਖਾਸ ਜ਼ਿਕਰ ਕੀਤਾ ਆ ਵੀ ਕਾਂਸ਼ੀ ਰਾਮ ਜੀ ਨੇ ਬਾਈ ਇਲੈਕਸ਼ਨਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਆਪਣੀ ਮੂਵਮੈਂਟ ਨੂੰ ਉਭਾਰਨ ਵਾਸਤੇ। ਉਹਨਾਂ ਨੇ ਕਿਹਾ ਵੀ ਇਹਨਾਂ ਨੇ ਆਪਣੇ ਆਪ ਨੂੰ ਇੱਕ ਨੈਸ਼ਨਲ ਲੀਡਰ ਦੇ ਤੌਰ 'ਤੇ ਸਥਾਪਿਤ ਕਰਨ ਦੇ ਲਈ, ਜਿਹੜੇ ਨੈਸ਼ਨਲ ਲੀਡਰ ਵੀ ਬਾਈ ਇਲੈਕਸ਼ਨ ਲੜਦੇ ਸੀ, ਪ੍ਰਧਾਨ ਮੰਤਰੀ ਦੇ ਦਾਅਵੇਦਾਰ, ਉਹਨਾਂ ਦੇ ਖਿਲਾਫ ਜਾ ਕੇ ਇਲੈਕਸ਼ਨ ਲੜੇ, ਤਾਂ ਕਿ ਲੋਕਾਂ 'ਚ ਆਪਣੇ ਆਪ ਨੂੰ ਸਥਾਪਿਤ ਕੀਤਾ ਕਿ ਮੈਂ ਇੱਕ ਰਾਸ਼ਟਰੀ ਨੈਸ਼ਨਲ ਕੌਮੀ ਆਗੂ ਹਾਂ। ਜਿਹਦੇ ਵਿੱਚ ਉਹਨਾਂ ਨੇ, ਜਿੱਦਾਂ ਤੁਸੀਂ ਕਿਹਾ, BP ਸਿੰਘ ਲੜ ਰਹੇ ਸੀ ਇਲਾਹਾਬਾਦ ਤੋਂ, ਉਹ ਪ੍ਰਧਾਨ ਮੰਤਰੀ ਦੇ ਸ਼ਾਇਦ ਮਤਲਬ ਉਮੀਦਵਾਰ ਉਦੋਂ ਬਣ ਗਏ ਸੀ, ਉਹਨਾਂ ਦੇ ਖਿਲਾਫ ਲੜਿਆ 88 ਜਾਂ 87 ਦੇ ਵਿੱਚ। ਫਿਰ ਉਹਨਾਂ ਨੇ ਅਮੇਠੀ ਦੇ ਵਿੱਚ ਰਾਜੀਵ ਗਾਂਧੀ ਦੇ ਖਿਲਾਫ ਵੀ ਇਲੈਕਸ਼ਨ ਲੜਿਆ, ਹੈ ਨਾ, ਜਿਹੜੇ ਕਿ ਪ੍ਰਧਾਨ ਮੰਤਰੀ ਰਹਿ ਚੁੱਕੇ ਸੀ। ਬਿਲਕੁਲ। ਤੇ ਸਾਹਿਬ ਕਾਂਸ਼ੀ ਰਾਮ ਜੀ ਦਾ ਬਾਈ ਇਲੈਕਸ਼ਨਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਰਿਹਾ ਆ। ਤੇ ਅੱਜ ਤਾਂ ਬਾਈ ਇਲੈਕਸ਼ਨਾਂ ਨੂੰ ਉਸ ਤਰੀਕੇ ਨਾਲ ਨਹੀਂ ਦੇਖਿਆ ਜਾਂਦਾ, ਪਰ ਫਿਰ ਉਹੀ ਗੱਲ ਆ ਵੀ ਜੇ ਸਾਹਿਬ ਕਾਂਸ਼ੀ ਰਾਮ ਜੀ ਨੇ ਉਹਨੂੰ ਇੰਨਾ ਇੰਪੋਰਟੈਂਟ ਸਮਝਿਆ ਬਾਈ ਇਲੈਕਸ਼ਨਾਂ ਨੂੰ, ਔਰ ਆਪਣੀ ਮੂਵਮੈਂਟ ਨੂੰ ਖੜਾ ਕਰਨ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ, ਤੇ ਅੱਜ ਵੀ ਜ਼ਰੂਰ ਕੀਤਾ ਜਾਣਾ ਚਾਹੀਦਾ। ਇੱਕ ਕਾਰਨ ਸਭ ਤੋਂ ਵੱਡਾ ਹੋਰ ਆ ਰਿਹਾ ਕਿ ਵਰਕਰ ਆ, ਉਹਦੀ ਸਾਈਕਲ 'ਤੇ ਜੀ ਜਾਂ ਉਹਦੇ ਘਰ 'ਤੇ ਝੰਡਾ ਲੱਗਾ ਹੋ ਤਾਂ ਨੀਲਾ ਨਜ਼ਰ ਆਉਂਦਾ, ਪਰ ਇੱਕ ਆਗੂ ਜਿਹੜਾ ਸਾਡੀ ਕੌਮ ਦਾ ਮਸੀਹਾ ਹੈ ਜਾਂ ਕਮਾਂਡ ਕਰਦਾ, ਤੇ ਉਹਦੀ ਗੱਡੀ ਅੱਗੇ ਨੀਲਾ ਝੰਡਾ ਗਾਇਬ ਆ, ਪਰ ਡਾਇਰੈਕਸ਼ਨ ਉਹਦੀ ਆ, ਜਾਂ ਉਹਦੇ ਵਿੱਚ ਡਿਕਟੇਟਰਸ਼ਿਪ ਵੀ ਆ। ਫਿਰ ਉਹ ਜਿਹੜਾ ਇੱਕ ਡਿਸਪਿਊਟ ਹੈ ਇੱਕ ਲੀਡਰ ਵਿੱਚ, ਜੀ ਵਰਕਰ ਨੂੰ ਪੁੱਛਿਆ ਨਹੀਂ ਜਾਂਦਾ ਕਿੱਥੇ ਕੀ ਕਰਨਾ, ਕਿੱਥੇ ਸਮਝੌਤਾ ਕਰਨਾ, ਤੁਹਾਡੇ ਇਲਾਕੇ ਦਾ ਕੌਣ ਇੰਚਾਰਜ ਹੈ। ਇਹ ਜਿਹੜੀਆਂ ਤਮਾਮ ਚੀਜ਼ਾਂ ਕਿਤੇ ਨਾ ਕਿਤੇ ਆੜੇ ਆ ਰਹੀਆਂ। ਬਿਲਕੁਲ ਜੀ, ਮੈਂ ਆਪਣੇ ਐਡਵੋਕੇਟ ਚਰਨਜੀਤ ਪਵਾਰੀ ਜੀ ਨਾਲ ਕੱਲ੍ਹ ਵੀ ਗੱਲ ਕਰ ਰਿਹਾ ਸੀਗਾ ਇਸ ਵਿਸ਼ੇ 'ਤੇ, ਵੀ ਜਿਹੜਾ ਡੈਮੋਕ੍ਰੈਟਿਕ ਤਰੀਕੇ ਦਾ ਕੰਮ ਆ, ਬਾਬਾ ਸਾਹਿਬ ਦਾ ਪੂਰਾ ਜ਼ੋਰ, ਪੂਰਾ ਜੀਵਨ ਇਸੀ ਗੱਲ 'ਤੇ ਰਿਹਾ ਵੀ ਜਿਹੜਾ ਲੋਕਤੰਤਰ ਡੈਮੋਕ੍ਰੈਟਿਕ ਸਿਸਟਮ ਆ, ਸਲਾਹ ਮਸ਼ਵਰੇ ਦੇ ਨਾਲ ਫੈਸਲੇ ਲੈਣੇ, ਇਹੀ ਸਮਾਜ ਨੂੰ, ਸੰਗਠਨਾਂ ਨੂੰ, ਦੇਸ਼ ਨੂੰ ਅੱਗੇ ਲੈ ਕੇ ਜਾਂਦਾ ਆ।
ਔਰ ਜਿੱਥੇ ਡਿਕਟੇਟਰਸ਼ਿਪ ਹੋ ਜਵੇ ਵੀ ਕਿਸੇ ਦੀ ਸਲਾਹ ਨਹੀਂ ਲੈਣੀ, ਕਿਸੇ ਨਾਲ ਮਸ਼ਵਰਾ ਨਹੀਂ ਕਰਨਾ, ਕਿਸੇ ਦੀ ਗੱਲ ਨਹੀਂ ਸੁਣਨੀ ਔਰ ਇੱਕ ਬੰਦਾ ਫੈਸਲੇ ਆਪਣੇ ਮਨ ਨਾਲ ਸਾਰੇ ਲੈਂਦਾ ਆ, ਉੱਥੇ ਦੇਸ਼ ਦਾ, ਸਮਾਜ ਦਾ, ਸੰਗਠਨਾਂ ਦਾ ਘਾਣ ਹੋਣਾ ਸ਼ੁਰੂ ਹੋ ਜਾਂਦਾ ਆ। ਔਰ ਬਾਬਾ ਸਾਹਿਬ ਦੀ ਮੈਂ ਕੋਟੇਸ਼ਨ ਪੜ੍ਹੀ ਆ ਕਿ ਡੈਮੋਕ੍ਰੇਸੀ ਦੇ ਵਿੱਚ ਔਰ ਡਿਕਟੇਟਰਸ਼ਿਪ ਦੇ ਵਿੱਚ ਉਹਨਾਂ ਨੇ ਫਰਕ ਦੱਸਿਆ ਕਿ ਲੋਕਤੰਤਰ ਦੇ ਵਿੱਚ ਔਰ ਡਿਕਟੇਟਰਸ਼ਿਪ ਦੇ ਵਿੱਚ ਕੀ ਫਰਕ ਹੁੰਦਾ ਆ। ਉਹ ਕਹਿੰਦੇ ਡੈਮੋਕ੍ਰੇਸੀ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਤੁਸੀਂ ਕਿਸੇ ਨੂੰ ਫੋਲੋ ਵੀ ਕਰਦੇ ਆ, ਉਹਨਾਂ ਦੇ ਨਾਲ ਤੁਰਦੇ ਵੀ ਆ, ਪਿੱਛੇ ਜੁੜਦੇ ਵੀ ਆ, ਪਰ ਜਿੱਥੇ ਕਿਤੇ ਇੱਦਾਂ ਦੀ ਗੱਲ ਆ ਗਈ ਤੁਸੀਂ ਉਹਨਾਂ ਦੀ ਆਲੋਚਨਾ ਵੀ ਕਰ ਸਕਦੇ ਆ, ਤੁਹਾਨੂੰ ਅਧਿਕਾਰ ਹੁੰਦਾ ਆ। ਜਿਹੜੀ ਡਿਕਟੇਟਰਸ਼ਿਪ ਹੁੰਦੀ ਆ ਉਹਦੇ ਵਿੱਚ ਕਹਿੰਦੇ ਆ ਵੀ ਸਿਰਫ ਤੁਸੀਂ ਫੋਲੋ ਹੀ ਕਰਨਾ ਹੁੰਦਾ ਆ, ਤੁਹਾਨੂੰ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ ਆ। ਔਰ ਅੱਗੇ ਜਾਣ ਵਾਸਤੇ ਅਸੀਂ, ਚਲੋ ਤੁਸੀਂ ਵੀ ਕੈਨੇਡਾ ਗਏ ਆ, ਮੈਂ ਤਾਂ ਕਾਫੀ ਸਾਲ ਰਿਹਾ, ਦੁਨੀਆ ਦੇ ਵਿੱਚ ਉਹੀ ਦੇਸ਼ ਤਰੱਕੀ ਕਰ ਗਏ ਆ ਜਿਹੜੇ ਡੈਮੋਕ੍ਰੇਟਿਕ ਆ, ਉਹੀ ਸੰਗਠਨ ਤਰੱਕੀ ਕਰ ਰਹੇ ਆ ਜਿਹੜੇ ਡੈਮੋਕ੍ਰੇਟਿਕ ਆ ਨਾ, ਉਹੀ ਸਮਾਜ ਤਰੱਕੀ ਕਰ ਰਹੇ ਆ ਜਿਹੜੇ ਡੈਮੋਕ੍ਰੇਟਿਕ ਆ, ਜਿੱਥੇ ਫੈਸਲੇ ਸਲਾਹਾਂ ਨਾਲ, ਮਸ਼ਵਰੇ ਨਾਲ, ਲੋਕਾਂ ਦੇ ਹਿੱਤ ਦੇ ਲਈ ਲਏ ਜਾਂਦੇ ਆ। ਜਿੱਥੇ ਇੱਕ ਜਾਂ ਕੁਝ ਲੋਕ ਹੀ ਸਾਰੇ ਫੈਸਲੇ ਲੈਣ, ਲੋਕਾਂ ਦੀ ਸਲਾਹ ਵਿੱਚ ਨਾ ਲੈਣ, ਉੱਥੇ ਡਿਕਟੇਟਰਸ਼ਿਪ ਹੁੰਦੀ ਹੈ ਔਰ ਅੱਗੇ ਚੱਲ ਕੇ ਸਮਾਜ ਦਾ ਨਿਗਾਰ ਹੋਣਾ ਲਾਜ਼ਮੀ ਹੈ। ਜਦੋਂ ਉਹਨਾਂ ਦੀ ਗੱਲ ਹੀ ਨਹੀਂ ਪੁੱਛੀ ਜਾ ਰਹੀ, ਉਹਨਾਂ ਦੀ ਸਲਾਹ ਹੀ ਨਹੀਂ ਲਈ ਜਾ ਰਹੀ, ਹੈ ਨਾ, ਉਹਨਾਂ ਦੇ ਹਿੱਤਾਂ ਦਾ ਖਿਆਲ ਹੀ ਨਹੀਂ ਰੱਖਿਆ ਜਾ ਰਿਹਾ, ਤੇ ਉੱਥੇ ਉਹਨਾਂ ਦਾ ਸਮਾਜ ਦਾ, ਦੇਸ਼ ਦਾ ਘਾਣ ਹੀ ਹੋਣਾ। ਸਾਹਿਬ ਨੇ ਗਧਿਆਂ ਤੋਂ, ਉਹ ਕਹਿੰਦੇ ਸੀ ਮੈਂ ਗਧਿਆਂ ਤੋਂ ਅਰਬੀ ਘੋੜੇ ਦਾ ਕੰਮ ਲਿਆ ਜੀ। ਪਰ ਹੁਣ ਜੇ ਸਮਝਿਆ ਜਾਵੇ ਤਾਂ ਸਾਡੇ ਸਮਾਜ ਵਿੱਚ ਤੁਹਾਡੇ ਕਹਿਣ ਤੋਂ ਜਾਗਰੂਕਤਾ ਹਰ ਪੱਖੋਂ ਸਾਡੇ ਵਿੱਚ ਕਮੀ, ਸਾਧਨਾਂ ਦੀ ਕਮੀ ਨਹੀਂ ਕੋਈ ਵੀ। ਉਸ ਵਕਤ ਸਾਧਨ ਨਹੀਂ ਸੀ, ਪਰ ਹੁਣ ਸਾਧਨਾਂ ਦੀ ਕਮੀ ਨਹੀਂ, ਹਰ ਹਨ। ਪਰ ਉਹਦੇ ਬਾਵਜੂਦ ਸਮਾਰਟਫੋਨ ਆ, ਹੁਣ ਹਰ ਬੰਦਾ ਆਪਣੇ ਆਪ ਨੂੰ ਇੱਕ ਅਰਬੀ ਘੋੜਾ ਸਮਝ ਰਿਹਾ, ਪਰ ਕੰਮ ਉਹ ਗਧਿਆਂ ਵਾਲਾ ਵੀ ਮੂਵਮੈਂਟ ਹੁੰਦੀ ਦੇ ਰਿਹਾ। ਤੇ ਇਹਦੇ ਬਾਰੇ ਕੀ ਕਹਾਂ? ਦੇਖੋ ਜੀ, ਇਹਦੇ ਬਾਰੇ ਮੈਂ ਤਾਂ ਇਹੀ ਕਹਾਂਗਾ ਜੋ ਮੈਂ ਪਹਿਲਾਂ ਵੀ ਕਿਹਾ ਵੀ ਜਾਗਰੂਕਤਾ ਵਧੀ ਆ, ਸਮਾਜ ਅੱਗੇ ਨਾਲੋਂ ਚੇਤਨ ਜ਼ਿਆਦਾ ਹੋਇਆ ਆ, ਪਰ ਉਹ ਇਕਜੁੱਟ ਉਸ ਤਰੀਕੇ ਨਾਲ ਨਹੀਂ ਹੈਗਾ ਜੋ ਸਾਹਿਬ ਕਰਨ 'ਚ ਕਾਮਯਾਬ ਹੋਈ ਸੀਗੇ। ਸਾਹਿਬ ਤੋਂ ਬਾਅਦ ਉਹਦੀ ਇਕਜੁੱਟਤਾ ਖੇਰੂ ਕਹਿ ਸਕਦੇ ਹਾਂ ਕਾਫੀ ਹੱਦ ਤੱਕ ਹੋ ਗਈ ਆ। ਜਦ ਤਾਈਂ ਉਹ ਸਾਰੇ ਘੋੜੇ ਜਿਹੜੇ ਆ ਉਹ ਇੱਕ ਜਗ੍ਹਾ ਇਕੱਠੇ ਨਹੀਂ ਹੁੰਦੇ ਤੇ ਉਹ ਕੋਈ ਵੱਡੀ ਪ੍ਰਾਪਤੀ ਨਹੀਂ ਕਰ ਸਕਦੇ, ਹੈ ਨਾ। ਤਦੇ ਹੀ ਬਾਬਾ ਸਾਹਿਬ ਨੇ ਕਿਹਾ ਐਜੂਕੇਟ, ਫਿਰ ਉਹਨਾਂ ਨੇ ਆਰਗੇਨਾਈਜ਼ ਨੂੰ ਵੀ ਇੱਕ ਸ਼ਬਦ ਵਿੱਚ, 3 ਸ਼ਬਦਾਂ ਦੇ ਵਿੱਚ ਜੋੜਿਆ ਆ। ਜਿੰਨੇ ਵੀ ਮਰਜ਼ੀ ਸਮਾਜ ਦੇ ਲੋਕ ਚੇਤਨ ਹੋ ਜਾਣ, ਤਰੱਕੀਆਂ ਕਰ ਜਾਣ, ਜਾਗਰੂਕ ਹੋ ਜਾਣ, ਬੁੱਧੀਜੀਵੀ ਵਰਗ ਤਿਆਰ ਹੋ ਜਾਵੇ, ਜੋ ਸੰਗਠਿਤ ਹੀ ਨਹੀਂ ਹੈਗਾ ਤੇ ਉਹਦੀ ਕੋਈ ਪ੍ਰਾਪਤੀ ਹੋ ਨਹੀਂ ਸਕਦੀ। ਔਰ ਅੱਜ ਉਹ ਸੰਗਠਿਤ ਨਹੀਂ ਹੈਗਾ। ਅੱਜ ਉਹ ਨੈਸ਼ਨਲ, ਸਾਹਿਬ ਨੇ ਉਹਨੂੰ ਬੂਥ ਲੈਵਲ ਤੋਂ ਲਿਜਾ ਕੇ ਨੈਸ਼ਨਲ ਲੈਵਲ ਤੱਕ ਸੰਗਠਿਤ ਕਰਤਾ ਸੀ। ਅੱਜ ਉਹ ਨੈਸ਼ਨਲ ਲੈਵਲ ਤੋਂ ਥੱਲੇ ਆਂਦਾ ਮੈਨੂੰ ਲੱਗਦਾ ਪਿੰਡ ਲੈਵਲ ਤੱਕ ਉਹ ਅਲੱਗ ਡਿਵਾਈਡ ਹੋ ਗਿਆ, ਵੰਡ ਹੋ ਗਿਆ। ਜਦੋਂ ਕਿਸੇ ਸਟੇਟ ਵਿੱਚ ਕੋਈ ਇਲੈਕਸ਼ਨ ਆਉਂਦਾ ਸੀ ਤਾਂ ਸਾਹਿਬ 12-13 ਮਹੀਨੇ ਪਹਿਲਾਂ ਹੀ ਉਹਦੇ ਵਿੱਚ ਡੇਰੇ ਲਾ ਲੈਂਦੇ ਸੀ। ਹਾਂਜੀ, ਉਹ ਵੱਖ-ਵੱਖ ਵਰਗਾਂ ਦੇ ਨਾਂ ਤੇ, ਹੈ ਨਾ, ਕਿਤੇ ਆਪਣੇ ਮਹਾਂਪੁਰਸ਼ਾਂ ਨੂੰ, ਕਿਤੇ ਆਪਣੇ ਮਹਾਂਪੁਰਸ਼ਾਂ ਨੂੰ, ਰਹਿਬਰਾਂ ਨੂੰ ਭੁੱਲ ਨਾ ਜਾਈਏ, ਇੱਦਾਂ ਹੀ ਤਮਾਮ ਉਹ ਲਹਿਰਾਂ ਕਰਦੇ ਸੀ, ਲਹਿਰਾਂ ਚਲਾਉਂਦੇ ਸੀ, ਰੈਲੀਆਂ ਕਰਦੇ ਸੀ। ਹਾਂਜੀ। ਪਰ ਉਹ ਦੌਰ ਵੀ ਕਿਤੇ ਨਾ ਕਿਤੇ ਖਤਮ ਹੈ ਜੀ। ਉਹ ਤਾਂ ਦੇਖੋ, ਮਹਾਂਪੁਰਸ਼ਾਂ ਨੂੰ ਜਿਹੜੇ ਰਾਸ਼ਟਰੀ ਪੱਧਰ ਦੇ ਆ ਉਹਨਾਂ ਨੂੰ ਵੀ ਯਾਦ ਕਰਦੇ ਸੀਗੇ। ਜਦੋਂ ਸਟੇਟਾਂ 'ਚ ਜਾਂਦੇ ਸੀ ਤਾਂ ਸਟੇਟ ਦੇ ਜਿਹੜੇ ਲੋਕਾਂ ਨੇ, ਮਹਾਂਪੁਰਸ਼ਾਂ ਨੇ ਕੰਮ ਕੀਤਾ ਆ, ਉਹਨਾਂ ਨੂੰ ਵੀ ਯਾਦ ਕਰਦੇ ਸੀ, ਉਹਨਾਂ ਦੇ ਉੱਪਰ ਵੀ ਚਰਚਾਵਾਂ ਰੱਖਦੇ ਸੀ, ਰੈਲੀਆਂ ਕਰਦੇ ਸੀਗੇ। ਤੇ ਅੱਜ ਤਾਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, 14 ਅਪ੍ਰੈਲ ਆ ਕੇ ਚਲਿਆ ਜਾਂਦਾ, 6 ਦਸੰਬਰ ਆ ਕੇ ਚਲੀ ਜਾਂਦੀ ਹੈ। ਜਿਹੜੇ ਥੰਮ ਬਾਬਾ ਸਾਹਿਬ ਇਸ ਸਾਰੀ ਲਹਿਰ ਦੇ, ਉਹਨਾਂ ਦੇ ਦਿਨਾਂ 'ਤੇ ਵੀ ਕੋਈ ਜ਼ਿਆਦਾ ਇੰਨੀਆਂ ਐਕਟੀਵਿਟੀਆਂ, ਵੱਡੀਆਂ ਮੂਵਮੈਂਟਾਂ, ਕਾਨਫਰੰਸਾਂ, ਰੈਲੀਆਂ ਨਹੀਂ ਹੁੰਦੀਆਂ। ਤੇ ਸਟੇਟ ਲੈਵਲ ਦੇ ਤਾਂ ਕੋਈ ਗੱਲ ਹੈ ਹੀ ਨਹੀਂ। ਤੁਸੀਂ ਰੋਸ਼ਨ ਗਰਾਊਂਡ ਦੀ ਪਹਿਲਾਂ ਗੱਲ ਕਰ ਰਹੇ ਸੀਗੇ। ਰੋਸ਼ਨ ਗਰਾਊਂਡ ਦੇ ਵਿੱਚ ਮੇਰੇ ਖਿਆਲ 2001 'ਚ ਜਦੋਂ ਉਹਨਾਂ ਨੇ ਭੁੱਲ ਸੁਧਾਰ ਰੈਲੀ ਕੀਤੀ ਆ, ਉਹਨਾਂ ਨੇ ਆਦ ਧਰਮ ਲਹਿਰ ਦੀ ਜਿਹੜੀ 75 ਸਾਲ ਪੂਰੇ ਹੋ ਰਹੇ ਆ, ਉਹਨੂੰ ਉਹਨਾਂ ਨੇ ਉੱਥੇ ਯਾਦ ਕੀਤਾ। ਬਾਬੂ ਮੰਗੂ ਰਾਮ ਜੀ ਨੂੰ ਯਾਦ ਕੀਤਾ, ਉਹਨਾਂ ਦੀ ਲਹਿਰ ਨੂੰ ਯਾਦ ਕੀਤਾ। ਉਸ ਲਹਿਰ ਨੇ ਪੰਜਾਬ 'ਚ ਕਿੰਨਾ ਵੱਡਾ ਰੋਲ ਅਦਾ ਕੀਤਾ ਸਾਡੇ ਸਮਾਜ ਨੂੰ ਜਾਗਰੂਕ ਕਰਨ ਦੇ ਲਈ। ਉਹ ਲੋਕਾਂ 'ਚ ਗੱਲ ਰੱਖੀ। ਇਹ ਵੀ ਗੱਲ ਰੱਖੀ ਕਿ ਉਦੋਂ ਸਾਡੇ ਸਮਾਜ ਨੇ ਕਾਫੀ ਸੰਘਰਸ਼ ਕੀਤਾ, ਪਰ ਅੱਗੇ ਚੱਲ ਕੇ ਉਹ ਸੰਘਰਸ਼ ਉਹਨੇ ਬੰਦ ਕਰਤਾ। ਸਾਹਿਬ ਨੇ ਇਹ ਵੀ ਗੱਲ, ਤਦੇ ਉਹਨੂੰ ਭੁੱਲ ਸੁਧਾਰ ਕਿਹਾ ਵੀ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤਾ ਪਰ ਅਸੀਂ ਬਾਅਦ 'ਚੋਂ ਸੰਘਰਸ਼ ਬੰਦ ਕਰਤਾ। ਸਾਨੂੰ ਆਪਣੀ ਭੁੱਲ ਸੁਧਾਰਨੀ ਚਾਹੀਦੀ, ਉਹ ਸੰਘਰਸ਼ ਨੂੰ ਦੁਬਾਰਾ ਫਿਰ ਤੋਂ ਕਰਨਾ ਚਾਹੀਦਾ। ਤੇ ਉਹ ਤਾਂ ਯਾਦ ਕਰਦੇ ਸੀਗੇ ਮਹਾਂਪੁਰਸ਼ਾਂ ਨੂੰ। ਭਵਿੱਖ ਵਿੱਚ ਸਤਵਿੰਦਰ ਮਦਾਰਾ ਮੂਵਮੈਂਟ ਲਈ ਗਰਾਊਂਡ 'ਤੇ ਕੀ ਕਰਨ ਜਾ ਰਹੇ ਆ, ਇਸ ਵਕਤ ਕੀ ਕਰ ਰਹੇ ਜਾਂ ਕੀ ਕਰਨ ਜਾਂ ਉਹਨਾਂ ਦੀ ਮਨ ਦੀ ਇੱਛਾ ਕੀ ਆ? ਦੇਖੋ ਜੀ, ਮੇਰਾ ਤਾਂ ਮੇਨ ਜਿਹੜਾ ਮੈਂ ਤੁਹਾਡੇ ਨਾਲ ਸ਼ੁਰੂ 'ਚ ਹੀ ਗੱਲ ਕੀਤੀ ਆ, ਉਹ ਹੈਗਾ ਵੀ ਸਾਹਿਬ ਦੀ ਜਿਹੜੀ ਵਿਚਾਰਧਾਰਾ ਆ ਉਹਨੂੰ ਜਨ ਦੇ ਵਿੱਚ, ਖਾਸ ਕਰ ਨੌਜਵਾਨ ਪੀੜ੍ਹੀ 'ਚ ਲੈ ਕੇ ਜਾਣਾ। ਪੰਜਾਬ ਕਿਉਂਕਿ ਚਲੋ ਸਾਡਾ ਆਪਣਾ ਸੂਬਾ ਆ, ਇਹਦੀ ਬੋਲੀ ਇੱਕ ਲੋਕਲ ਖੇਤਰੀ ਭਾਸ਼ਾ ਆ ਪੰਜਾਬੀ। ਇਹ ਤੋਂ ਇਲਾਵਾ ਦੇਸ਼ ਦੀਆਂ ਜਿਹੜੀਆਂ ਹੋਰ ਵੀ ਖੇਤਰੀ ਭਾਸ਼ਾਵਾਂ ਆ, ਮੈਂ ਅਕੇਲਾ ਜੀ ਦੇ ਟੱਚ ਵਿੱਚ ਵੀ ਹਾਂ ਤੇ ਅਸੀਂ ਕੋਸ਼ਿਸ਼ ਚਾਹਵੇ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਕਰਾਇਆ ਜਾਵੇ। ਔਰ ਇਹਦੇ ਨਾਲ ਹੀ
ਕੈਡਰਾਂ ਰਾਹੀਂ ਮੀਟਿੰਗਾਂ ਰਾਹੀਂ ਜਿੰਨਾ ਵੀ ਜ਼ਿਆਦਾ ਹੋ ਸਕਿਆ ਅਸੀਂ ਸਾਹਿਬ ਦੀ ਔਰ ਬਾਬਾ ਸਾਹਿਬ ਦੀ ਸਾਡੇ ਹੋਰ ਮਹਾਂਪੁਰਸ਼ਾਂ ਦੀ ਜਿਹੜੀ ਸੋਚ ਆ ਉਹ ਅਗਲੀ ਪੀੜ੍ਹੀ ਨੂੰ ਜ਼ਿਆਦਾ ਤੋਂ ਜ਼ਿਆਦਾ ਲਗਾਤਾਰ ਦੱਸੀਏ ਤਾਂ ਕਿ ਉਹ ਵੀ ਸਹੀ ਸਾਡਾ ਇਤਿਹਾਸ ਸਮਝ ਸਕਣ। ਅੱਜ ਜੋ ਅਸੀਂ ਜਿਸ ਹਾਲਾਤ ਵਿੱਚ ਆ ਉਹ ਸਮਝ ਸਕਣ ਔਰ ਸਾਡੀ ਸਮਾਜ ਦੀ ਬਿਹਤਰੀ ਲਈ ਅਸੀਂ ਅੱਗੇ ਕੀ ਕਰਨਾ ਆ ਉਹਦੇ ਉੱਪਰ ਵੀ ਉਹ ਕੰਮ ਕਰ ਸਕਣ। ਸਤਵਿੰਦਰ ਮਜ਼ਾਰਾ ਜੀ, ਫਿਰ ਸ਼ਾਦੀ ਕਰਾਉਣ ਬਾਰੇ ਕਦੋਂ ਕੋਈ ਵਿਚਾਰ ਹੈ ਕਿ ਨਹੀਂ? ਦੇਖੋ ਜੀ ਸ਼ਾਦੀ ਬਾਰੇ ਮੈਂ ਕੱਲ ਐਡਵੋਕੇਟ ਪਵਾਰੀ ਜੀ ਨਾਲ ਗੱਲ ਕਰ ਰਿਹਾ ਸੀਗਾ। ਕਈ ਲੋਕ ਮੈਨੂੰ ਇਹ ਗੱਲ ਕਹਿੰਦੇ ਆ ਕਿ ਜੀ ਦੇਖੋ ਸਾਹਿਬ ਕਾਂਸ਼ੀ ਰਾਮ ਜੀ ਨੇ ਨਹੀਂ ਮੈਰਿਜ ਕਰਾਈ, ਉਹਨਾਂ ਨੇ ਅਨਮੈਰਿਡ ਹੋ ਕੇ ਇੰਨਾ ਕੰਮ ਕੀਤਾ ਅਤੇ ਤਦੇ ਹੀ ਉਹ ਇੰਨਾ ਕੁਛ ਕਰ ਸਕੇ। ਕਈ ਲੋਕ ਕਹਿੰਦੇ ਆ ਦੇਖੋ ਬਾਬਾ ਸਾਹਿਬ ਮੈਰਿਡ ਸੀਗੇ, ਉਹਨਾਂ ਨੇ ਮੈਰਿਡ ਰਹਿ ਕੇ ਵੀ ਕੰਮ ਕੀਤਾ। ਇਸ ਕਰਕੇ ਮੈਨੂੰ ਦੋਨੇ ਜਿਹੜੇ ਬਹੁਤ ਸਾਰੇ ਸਾਡੇ ਸੀਨੀਅਰ ਲੋਕ ਆ ਦੋਨੇ ਹੀ ਪੱਖ ਮੈਨੂੰ ਸੁਣਨ ਨੂੰ ਮਿਲਦੇ ਰਹਿੰਦੇ ਆ। ਕਈ ਕਹਿੰਦੇ ਆ ਨਹੀਂ ਜੀ ਤੁਸੀਂ ਕੋਈ ਇਸ ਤਰ੍ਹਾਂ ਦੀ ਜਿਹੜੀ ਤੁਹਾਡੇ ਮਿਸ਼ਨ ਨਾਲ ਜੁੜੀ ਹੋਈ ਇਸ ਤਰ੍ਹਾਂ ਦੇ ਲੜਕੀ ਨਾਲ ਮੈਰਿਜ ਕਰਕੇ ਤੁਸੀਂ ਇਕੱਠੇ ਕੰਮ ਕਰੋ। ਕਈ ਲੋਕ ਕਹਿੰਦੇ ਆ ਕਿ ਨਹੀਂ ਜੀ ਇਹ ਕੰਮ ਇਕੱਲਾ ਬੰਦਾ ਜ਼ਿਆਦਾ ਫਰੀ ਮਾਈਂਡ ਹੋ ਕੇ ਕਰ ਸਕਦਾ ਆ। ਇੱਕ ਵਾਰੀ ਬੰਦਾ ਫੈਮਿਲੀ 'ਚ ਪੈ ਗਿਆ ਜ਼ਿੰਮੇਵਾਰੀਆਂ 'ਚ ਤਾਂ ਉਹ ਉਨਾ ਸਮਰਪਿਤ ਨਹੀਂ ਰਹਿ ਪਾਉਂਦਾ। ਅਤੇ ਇਹਦੇ 'ਤੇ ਚਲੋ ਦੇਖਦੇ ਹਾਂ, ਪਰ ਮੇਰਾ ਇਹ ਜ਼ਰੂਰ ਸਪਸ਼ਟ ਆ ਵੀ ਮੈਂ ਹੁਣ ਸਾਰੀ ਲਾਈਫ ਇੰਡੀਆ 'ਚ ਹੀ, ਪੰਜਾਬ 'ਚ ਔਰ ਇੰਡੀਆ 'ਚ ਰਹਿ ਕੇ ਜੋ ਸਾਡੇ ਮਹਾਂਪੁਰਸ਼ਾਂ ਦਾ ਮਿਸ਼ਨ ਆ ਉਹਦੇ 'ਤੇ ਹੀ ਕੰਮ ਕਰਨਾ ਸਮਾਜ ਦੇ ਵਿੱਚ। ਇਹ ਸਨ ਬਹੁਪੱਖੀ ਸ਼ਖਸੀਅਤ ਸਤਵਿੰਦਰ ਮਦਾਰਾ ਜੀ, ਜਿਹੜੇ ਬਹੁਜਨ ਮੂਵਮੈਂਟ ਤੋਂ ਇੰਪ੍ਰੈਸ ਹੋ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋ ਕੇ ਆਪਣੀ ਕੈਨੇਡਾ ਦੀ PR ਨੂੰ ਲੱਤ ਮਾਰ ਕੇ ਵਾਪਸ ਪੰਜਾਬ ਆ ਗਏ। ਉਹ ਸਾਹਿਬ ਦੀ ਆਈਡੀਓਲੋਜੀ 'ਤੇ ਕੰਮ ਕਰਦੇ ਆ, ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੂੰ ਅਨੁਵਾਦ ਵੀ ਕਰਦੇ ਆ, ਅਤੇ ਹੋਰ ਵੀ ਉਹ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਜਿਹੜੇ ਸਾਹਿਬ ਦੇ ਸਾਥੀ ਆ ਜਿਹੜੇ ਮੂਵਮੈਂਟ ਲਈ ਚਿੰਤਤ ਨੇ ਉਹਨਾਂ ਦੇ ਵੀ ਉਹ ਸੰਪਰਕ ਵਿੱਚ ਰਹਿੰਦੇ ਨੇ। ਅਤੇ ਮੈਂ ਪੰਮੀ ਲਾਲੋ ਮਜਾਰਾ ਅਗਲੀ ਵਾਰ ਫਿਰ ਕਿਸੇ ਐਸੀ ਪਰਸਨੈਲਿਟੀ ਨਾਲ ਹਾਜ਼ਰ ਹੋਵਾਂਗਾ।